ਗੁਰੂ ਪਿਆਰੀ ਸਾਧ ਸੰਗਤ ਜੀ, ਰਾਧਾ ਸੁਆਮੀ। ਅੱਜ ਦੀ ਇਹ ਬਾਣੀ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ। ਇਸ ਛੋਟੇ ਜਿਹੇ ਸ਼ਬਦ ਦੇ ਅੰਦਰ ਆਪ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦੇ ਮੁਤਾਬਕ ਗੁਰਮੁਖ ਦੇ ਮੁਤਲਕ ਸੰਤ ਮਹਾਤਮਾ ਦੀ ਤਾਲੀਮ ਦੇ ਮੁਤਲਕ ਹਰ ਪਹਿਲੂ ਤੋਂ ਬੜੀ ਅੱਛੀ ਤਰ੍ਹਾਂ ਖੋਲ੍ਹ ਕੇ ਸਮਝਾ ਰਹੇ ਹਨ। ਸਤਸੰਗ ਦੇ ਵਚਨ, ਘਰ ਅੰਦਰ ਸਭ ਵਤ ਹੈ, ਬਾਹਰ ਕਿਛ ਨਾਹੀਂ। ਆਪ ਫਰਮਾਉਂਦੇ ਹਨ ਕਿ ਅਸੀਂ ਸਭ ਦੁਨੀਆ ਦੇ ਜੀਵ ਸੁੱਖ ਔਰ ਸ਼ਾਂਤੀ ਹਾਸਲ ਕਰਨਾ ਚਾਹੁੰਦੇ ਹਾਂ, ਲੇਕਿਨ ਸੁੱਖ ਔਰ ਸ਼ਾਂਤੀ ਦੀ ਪ੍ਰਾਪਤੀ ਵਾਸਤੇ ਸਾਡਾ ਧਿਆਨ ਆਮ ਤੌਰ 'ਤੇ ਕਿਸ ਤਰਫ ਜਾਂਦਾ ਹੈ? ਦੁਨੀਆ ਦੀ ਸ਼ਕਲਾਂ ਦੀ ਤਰਫ। ਜਿਤਨਾ ਅਸੀਂ ਇਹਨਾਂ ਸ਼ਕਲਾਂ ਔਰ ਪਦਾਰਥਾਂ ਵਿੱਚੋਂ ਸੁੱਖ ਔਰ ਸ਼ਾਂਤੀ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਉਤਨਾ ਹੀ ਅਸੀਂ ਦੁਨੀਆ ਦੇ ਜੀਵ ਦਿਨ ਰਾਤ ਦੁਖੀ ਹੁੰਦੇ ਚਲੇ ਜਾ ਰਹੇ ਹਾਂ। ਜਿਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਸੁੱਖ ਢੂੰਡ ਰਹੇ ਹਾਂ ਉਹ ਆਰਜੀ ਹਨ, ਟੈਂਪਰੇਰੀ ਹਨ। ਇਸ ਲਈ ਉਹਨਾਂ ਦਾ ਸੁੱਖ ਜਾਂ ਆਰਾਮ ਵੀ ਟੈਂਪਰੇਰੀ ਹੋ ਸਕਦਾ ਹੈ। ਜੋ ਵੀ ਸਾਨੂੰ ਥੋੜ੍ਹੇ ਬਹੁਤ ਸੁੱਖ ਨਜ਼ਰ ਆਉਂਦੇ ਹਨ, ਅਰਸਾ ਪਾ ਕੇ ਦੁੱਖਾਂ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਅੱਛੀ ਤਰ੍ਹਾਂ ਸੋਚ ਕੇ ਦੇਖੋ ਕਿ ਜਿਸ ਵਕਤ ਸ਼ਾਦੀ ਹੁੰਦੀ ਹੈ, ਮਨ ਵਿੱਚ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ। ਉਸੇ ਸਾਥੀ ਨਾਲ ਝਗੜਾ ਸ਼ੁਰੂ ਹੋ ਜਾਵੇ, ਸਾਰਾ ਘਰ ਦੋਜ਼ਖ ਬਣ ਜਾਂਦਾ ਹੈ। ਜਿਸ ਵਕਤ ਔਲਾਦ ਪੈਦਾ ਹੁੰਦੀ ਹੈ, ਕਿਤਨੀਆਂ ਪਾਰਟੀਆਂ ਕਰਦੇ ਹਾਂ, ਪੁੰਨਦਾਨ ਕਰਦੇ ਹਾਂ, ਰਿਸ਼ਤੇਦਾਰ ਇਕੱਠੇ ਕਰਦੇ ਹਾਂ ਔਰ ਖੁਸ਼ੀਆਂ ਮਨਾਉਂਦੇ ਹਾਂ। ਹਰ ਇੱਕ ਦਾ ਤਜਰਬਾ ਹੈ ਕਿ ਉਹੀ ਬਾਲ ਬੱਚੇ ਕਦੇ ਬਿਮਾਰ ਹੋ ਜਾਂਦੇ ਹਨ, ਕਦੇ ਨਲਾਇਕ ਨਿਕਲ ਆਉਂਦੇ ਹਨ, ਕਦੇ ਪਰਮਾਤਮਾ ਉਸ ਔਲਾਦ ਨੂੰ ਵਾਪਸ ਬੁਲਾ ਲੈਂਦਾ ਹੈ। ਦੇਖ ਲਓ, ਉਹੀ ਔਲਾਦ ਸਾਡੇ ਵਾਸਤੇ ਕਿਤਨੇ ਦੁੱਖ ਦਾ ਕਾਰਨ ਬਣ ਕੇ ਖੜੀ ਹੋ ਜਾਂਦੀ ਹੈ। ਅਸੀਂ ਦੁਨੀਆ ਦੀ ਧਨ ਦੌਲਤ ਵਿੱਚੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਦੇਖ ਲਓ, ਜਿਸ ਦੇ ਕਮਾਉਣ ਵਿੱਚ ਇਤਨੀਆਂ ਦੁੱਖ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ, ਜਦੋਂ ਜਾਂਦੀ ਹੈ ਅੱਛੀ ਤਰ੍ਹਾਂ ਦੁੱਖਾਂ ਮੁਸੀਬਤਾਂ ਵਿੱਚ ਫਸਾ ਕੇ ਜਾਂਦੀ ਹੈ। ਡਾਕਟਰਾਂ ਦੀਆਂ ਫੀਸਾਂ ਵਿੱਚੋਂ ਹੋ ਕੇ ਨਿਕਲ ਜਾਂਦੀ ਹੈ, ਮੁਕੱਦਮਿਆਂ ਦੇ ਖਰਚਿਆਂ ਵਿੱਚ ਹੋ ਕੇ ਨਿਕਲ ਜਾਂਦੀ ਹੈ। ਜਿਹੜੇ ਜਿਸਮ ਉੱਤੇ ਦੁੱਖ ਭੋਗਣੇ ਪੈਂਦੇ ਹਨ, ਉਹ ਲਾਹੇ ਦੇ ਭੁਗਤਣੇ ਪੈਂਦੇ ਹਨ। ਅਸੀਂ ਸ਼ਰਾਬਾਂ ਕਬਾਬਾਂ ਦੀਆਂ ਲਜ਼ਤਾਂ 'ਚੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਚੀਜ਼ਾਂ ਸ਼ਾਇਦ ਖਾਣ ਪੀਣ ਨੂੰ ਅੱਛੀਆਂ ਲੱਗਦੀਆਂ ਹੋਣ, ਲੇਕਿਨ ਜਦੋਂ ਜੇਲ੍ਹ ਖਾਨਿਆਂ ਵਿੱਚ ਜਾ ਕੇ ਚੱਕੀਆਂ ਚਲਾਉਣੀਆਂ ਪੈਂਦੀਆਂ ਹਨ, ਬਿਮਾਰੀਆਂ ਭੁਗਤਣੀਆਂ ਪੈਂਦੀਆਂ ਹਨ, ਫਿਰ ਪਤਾ ਲੱਗਦਾ ਹੈ ਕਿ ਇਹ ਸੁੱਖ ਦਾ ਕਾਰਨ ਸਨ ਕਿ ਦੁੱਖ ਦਾ ਕਾਰਨ ਹਨ। ਇਹਨਾਂ ਸ਼ਕਲਾਂ ਪਦਾਰਥਾਂ ਅੰਦਰੋਂ ਸਾਨੂੰ ਸੁੱਖ ਔਰ ਸ਼ਾਂਤੀ ਕਿਉਂ ਨਹੀਂ ਮਿਲਦੀ? ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ, ਹਰਖ ਸੋਗ ਕਾ ਨਗਰ ਇਹ ਕੀਆ, ਕਿ ਪਰਮਾਤਮਾ ਨੇ ਇਹ ਦੁਨੀਆ ਹੀ ਦੁੱਖਾਂ ਔਰ ਸੁੱਖਾਂ ਦੀ ਬਣਾਈ ਹੋਈ ਹੈ। ਕੋਈ ਸ਼ਖਸ ਨਹੀਂ ਮਿਲਦਾ ਜਿਹਨੂੰ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਹੋਣ, ਕਦੇ ਦੁੱਖਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ। ਨਾ ਹੀ ਕੋਈ ਅੱਜ ਤੱਕ ਐਸਾ ਸ਼ਖਸ ਮਿਲਦਾ ਹੈ ਜਿਸ ਨੂੰ ਹਮੇਸ਼ਾ ਦੁੱਖ ਹੀ ਦੁੱਖ ਮਿਲਦੇ ਹੋਣ, ਕਦੇ ਸੁੱਖ ਦਾ ਸਾਹ ਨਾ ਮਿਲਦਾ ਹੋਵੇ। ਅਗਰ 10 ਦਿਨ ਸੁੱਖਾਂ ਦੇ ਗੁਜ਼ਰ ਜਾਂਦੇ ਹਨ, ਥੋੜ੍ਹੇ ਬਹੁਤ ਦੁੱਖ ਭੁਗਤਣੇ ਪੈਂਦੇ ਹਨ। 10 ਦਿਨ ਦੁੱਖਾਂ ਦੇ ਗੁਜ਼ਰ ਜਾਂਦੇ ਹਨ, ਫਿਰ ਥੋੜ੍ਹੇ ਬਹੁਤੇ ਸੁੱਖ ਦੇ ਸਵਾਸ ਮਿਲ ਜਾਂਦੇ ਹਨ। ਇਹ ਜਿਤਨੇ ਵੀ ਆਪਣੇ ਸੁੱਖ ਹਨ, ਪਿਛਲੀਆਂ ਜਨਮਾਂ ਦੇ ਪੁੰਨਾਂ ਦੇ ਕਾਰਨ ਹਨ। ਜਿਤਨੇ ਵੀ ਆਪਣੇ ਦੁੱਖ ਹਨ, ਪਿਛਲੇ ਜਨਮਾਂ ਦੇ ਪਾਪਾਂ ਦੇ ਕਾਰਨ ਹਨ। ਪੁੰਨ ਔਰ ਪਾਪ ਇਕੱਠੇ ਹੁੰਦੇ ਹਨ, ਫਿਰ ਸਾਨੂੰ ਇਹ ਇਨਸਾਨ ਦਾ ਜਾਮਾ ਮਿਲਦਾ ਹੈ। ਅਸੀਂ ਇਸ ਸਰੀਰ ਅੰਦਰ ਬੈਠ ਕੇ ਉਹਨਾਂ ਪੁੰਨਾਂ ਦਾ ਹਿਸਾਬ ਦੇਣਾ ਹੈ, ਉਹਨਾਂ ਪਾਪਾਂ ਦਾ ਵੀ ਹਿਸਾਬ ਦੇਣਾ ਹੈ। ਉਹਨਾਂ ਪੁੰਨਾਂ ਦਾ ਹਿਸਾਬ ਦਿੰਦੇ ਹੋਏ ਆਪਾਂ ਸੁਖੀ ਹੁੰਦੇ ਹਾਂ, ਉਹਨਾਂ ਪਾਪਾਂ ਦਾ ਹਿਸਾਬ ਦਿੰਦੇ ਹੋਏ ਅੱਜ ਆਪਾਂ ਦੁਖੀ ਹੋ ਰਹੇ ਹਾਂ। ਅਗਰ ਆਪਣੇ ਸਿਰਫ ਪੁੰਨ ਹੁੰਦੇ, ਆਪਾਂ ਸਵਰਗਾਂ ਵਿੱਚ ਬੈਠੇ ਹੁੰਦੇ। ਅਗਰ ਸਿਰਫ ਪਾਪ ਹੁੰਦੇ, ਅਸੀਂ ਨਰਕਾਂ ਵਿੱਚ ਸੜਦੇ ਹੁੰਦੇ। ਇਹ ਠੀਕ ਹੈ ਕਿ ਕਿਸੇ ਦੇ ਜ਼ਿਆਦਾ ਪੁੰਨ ਹਨ, ਥੋੜ੍ਹੇ ਪਾਪ ਹਨ, ਇਸ ਕਾਰਨ ਉਹਨੂੰ ਜ਼ਿਆਦਾ ਸੁਖੀ ਮਹਿਸੂਸ ਕਰਦੇ ਹਾਂ, ਥੋੜ੍ਹਾ ਦੁਖੀ ਨਜ਼ਰ ਆਉਂਦਾ ਹੈ। ਕਿਸੇ ਦੇ ਪਾਪਾਂ ਦਾ ਬੋਝਾ ਬਹੁਤ ਜ਼ਿਆਦਾ ਹੁੰਦਾ ਹੈ, ਪੁੰਨਾਂ ਦਾ ਕੰਮ ਹੁੰਦਾ ਹੈ, ਇਸ ਕਾਰਨ ਉਹ ਸਾਨੂੰ ਜ਼ਿਆਦਾ ਦੁਖੀ ਨਜ਼ਰ ਆਉਂਦਾ ਹੈ, ਥੋੜ੍ਹਾ ਸੁਖੀ ਨਜ਼ਰ ਆਉਂਦਾ ਹੈ। ਲੇਕਿਨ ਜਿਤਨਾ ਅਰਸਾ ਦੇਹ ਅੰਦਰ ਬੈਠੇ ਹਾਂ, ਹਰ ਇੱਕ ਨੂੰ ਦੁੱਖ ਔਰ ਸੁੱਖ ਤਾਂ ਭੁਗਤਣੇ ਹੀ ਪੈਂਦੇ ਹਨ। ਸੰਤ ਮਹਾਤਮਾ ਦੁਨੀਆ ਨੂੰ ਸੁੱਖਾਂ ਦੀ ਨਗਰੀ ਬਣਾਉਣ ਵਾਸਤੇ ਨਹੀਂ ਆਉਂਦੇ,
ਅਗਰ ਸੰਤ ਮਹਾਤਮਾ ਦਾ ਦੁਨੀਆ ਵਿੱਚ ਆਉਣ ਦਾ ਇਹ ਮਕਸਦ ਹੋਵੇ ਤਾਂ ਦੁਨੀਆ ਸੁੱਖਾਂ ਦੀ ਨਗਰੀ ਬਣ ਜਾਵੇ। ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਅੱਜ ਤੱਕ ਤਾਂ ਜ਼ਰੂਰ ਬਣ ਜਾਣੀ ਚਾਹੀਦੀ ਸੀ। ਇਤਿਹਾਸ ਪੜ੍ਹ ਕੇ ਦੇਖਦੇ ਹਾਂ ਕਿ ਹਰ ਕੌਮ, ਮੁਲਕ, ਵਕਤ ਦੇ ਅੰਦਰ ਕਿਸ ਕਿਸ ਚੋਟੀ ਦੇ ਮਹਾਤਮਾ ਆਏ ਹਨ। ਰਾਮ ਆਏ ਹਨ, ਕ੍ਰਿਸ਼ਨ ਆਏ ਹਨ, ਮਹਾਤਮਾ ਬੁੱਧ, ਕਬੀਰ ਸਾਹਿਬ, ਗੁਰੂ ਨਾਨਕ ਸਾਹਿਬ, ਹੋਰ ਕਈ ਮਹਾਤਮਾ ਆਏ ਹਨ। ਅਗਰ ਐਸੇ ਮਹਾਤਮਾਵਾਂ ਦੇ ਆਉਣ ਦੇ ਬਾਵਜੂਦ ਇਹ ਦੁਨੀਆ ਅੱਜ ਤੱਕ ਸੁੱਖ ਦੀ ਨਗਰੀ ਨਹੀਂ ਬਣ ਸਕੀ, ਅਸੀਂ ਕੀ ਸੋਚ ਰਹੇ ਹਾਂ ਕਿ ਇਸ ਦੁਨੀਆ ਨੂੰ ਹੁਣ ਸੁੱਖ ਦੀ ਨਗਰੀ ਬਣਾ ਸਕਾਂਗੇ? ਹਜੂਰ ਮਹਾਰਾਜ ਸਾਵਣ ਸਿੰਘ ਜੀ ਸਮਝਾਇਆ ਕਰਦੇ ਸਨ ਕਿ ਦੁਨੀਆ 'ਤੇ ਕਾਂਟੇ ਤੁਸੀਂ ਜਿਤਨੇ ਮਰਜ਼ੀ ਇਕੱਠੇ ਕਰਨ ਦੀ ਕੋਸ਼ਿਸ਼ ਕਰੋ, ਕਦੀ ਕਾਮਯਾਬ ਨਹੀਂ ਹੋ ਸਕੋਗੇ। ਹਿੰਮਤ ਕਰਕੇ ਆਪਣੇ ਪੈਰਾਂ ਵਿੱਚ ਬੂਟ ਪਾ ਲਓਗੇ ਤਾਂ ਦੁਨੀਆ ਦੇ ਕਾਂਟੇ ਤੁਹਾਡੇ ਪੈਰਾਂ 'ਤੇ ਅਸਰ ਨਹੀਂ ਕਰ ਪਾਉਣਗੇ। ਦੁਨੀਆ ਦੀਆਂ ਦੁੱਖ ਸੁੱਖ ਦੀਆਂ ਸਮੱਸਿਆਵਾਂ ਤਾਂ ਇਸੇ ਤਰ੍ਹਾਂ ਰਹਿਣੀਆਂ ਹਨ, ਲੇਕਿਨ ਮਹਾਤਮਾ ਜ਼ਿੰਦਗੀ ਗੁਜ਼ਾਰਨ ਦਾ, ਮਾਲਕ ਦੀ ਭਗਤੀ ਦਾ ਐਸਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ ਜਿੱਥੇ ਚੱਲ ਕੇ ਸਾਡਾ ਖਿਆਲ ਹੀ ਦੁੱਖਾਂ ਸੁੱਖਾਂ ਤੋਂ ਉੱਪਰ ਨਿਕਲ ਜਾਂਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਭਾਈ। ਕਿ ਭਾਵ ਜਿਹੜੇ ਸ਼ਖਸ ਆਪਣੇ ਘਰ ਵਾਪਸ ਪਹੁੰਚ ਜਾਂਦੇ ਹਨ ਉਹ ਹਮੇਸ਼ਾ ਵਾਸਤੇ ਸੁੱਖ ਸ਼ਾਂਤੀ ਹਾਸਲ ਕਰ ਲੈਂਦੇ ਹਨ। ਹੁਣ ਆਪਣਾ ਘਰ ਕਿਹੜਾ ਹੈ? ਜਿਸ ਜਗ੍ਹਾ ਪਰਮਾਤਮਾ ਰਹਿੰਦਾ ਹੈ, ਪਰਮੇਸ਼ਰ ਰਹਿੰਦਾ ਹੈ। ਸਾਡੀ ਆਤਮਾ ਉਸ ਪਰਮਾਤਮਾ ਨੂੰ ਮਿਲ ਕੇ ਹਮੇਸ਼ਾ ਵਾਸਤੇ ਸੁੱਖ ਸ਼ਾਂਤੀ ਹਾਸਲ ਕਰ ਸਕਦੀ ਹੈ। ਅਗਰ ਸਾਡੀ ਲਿਵ, ਸਾਡਾ ਖਿਆਲ ਉਸ ਮਾਲਕ ਦੀ ਭਗਤੀ ਵਿੱਚ ਹੈ, ਮਾਲਕ ਦੇ ਪਿਆਰ ਵਿੱਚ ਹੈ, ਤਾਂ ਦੁਨੀਆ ਦੇ ਸ਼ਕਲਾਂ ਪਦਾਰਥਾਂ ਅੰਦਰੋਂ ਵੀ ਥੋੜ੍ਹੇ ਬਹੁਤ ਸੁੱਖ ਜ਼ਰੂਰ ਮਿਲਦੇ ਹਨ। ਮੈਂ ਕਈ ਦਫਾ ਮਿਸਾਲ ਦਿੱਤੀ ਹੈ ਕਿ ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੀ ਉਂਗਲੀ ਪਕੜ ਕੇ ਨੁਮਾਇਸ਼ ਵੇਖਣ ਜਾਂਦਾ ਹੈ। ਉਸ ਨੂੰ ਨੁਮਾਇਸ਼ ਅੰਦਰਲੀ ਹਰ ਚੀਜ਼ ਕਿਤਨੀ ਖੂਬਸੂਰਤ ਮਾਲੂਮ ਹੁੰਦੀ ਹੈ। ਬੱਚਿਆਂ ਦੇ ਖਿਡੌਣੇ ਕਿਤਨੇ ਅੱਛੇ ਲੱਗਦੇ ਹਨ, ਬੱਚਿਆਂ ਦੀਆਂ ਖੇਲਾਂ ਕਿਤਨੀਆਂ ਅੱਛੀਆਂ ਲੱਗਦੀਆਂ ਹਨ, ਮਿਠਾਈ ਦੀਆਂ ਦੁਕਾਨਾਂ ਕਿਤਨੀਆਂ ਖੂਬਸੂਰਤ ਲੱਗਦੀਆਂ ਹਨ। ਉਹ ਬੱਚਾ ਸੋਚਦਾ ਹੈ ਕਿ ਉਸ ਨੂੰ ਖੁਸ਼ੀ ਸ਼ਾਇਦ ਨੁਮਾਇਸ਼ ਦੇ ਸਾਜੋ ਸਮਾਨ ਵਿੱਚੋਂ ਮਿਲ ਰਹੀ ਹੈ। ਅਗਰ ਉਹ ਗਲਤੀ ਨਾਲ ਪਿਤਾ ਦੀ ਉਂਗਲੀ ਛੱਡ ਬੈਠਦਾ ਹੈ, ਨੁਮਾਇਸ਼ ਦਾ ਸਾਰਾ ਸਾਜੋ ਸਮਾਨ ਉਸੇ ਜਗ੍ਹਾ ਹੁੰਦਾ ਹੈ, ਲੇਕਿਨ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਹੈ, ਚੀਖਾਂ ਮਾਰਦਾ ਹੈ। ਫਿਰ ਉਹ ਬੱਚਾ ਮਹਿਸੂਸ ਕਰਦਾ ਹੈ ਕਿ ਨੁਮਾਇਸ਼ ਦੇ ਅੰਦਰੋਂ ਉਹ ਖੁਸ਼ੀ ਉਤਨਾ ਅਰਸਾ ਹਾਸਲ ਕਰ ਸਕਦਾ ਸੀ ਜਿਤਨਾ ਚਿਰ ਉਸ ਨੇ ਪਿਤਾ ਦੀ ਉਂਗਲੀ ਪਕੜੀ ਹੋਈ ਸੀ। ਹੁਣ ਸਾਡਾ ਪਿਤਾ ਕੌਣ ਹੈ? ਉਹ ਅਕਾਲ ਪੁਰਖ ਹੈ, ਪਰਮਾਤਮਾ ਹੈ, ਪਰਮੇਸ਼ਰ ਹੈ, ਜਿਸ ਦੇ ਹਜ਼ਾਰਾਂ ਅਨੇਕਾਂ ਨਾਂ ਹਰ ਇੱਕ ਨੇ ਆਪੋ ਆਪਣੇ ਪਿਆਰ ਦੇ ਵਿੱਚ ਆ ਕੇ ਰੱਖੇ ਹੋਏ ਹਨ। ਜਿਤਨਾ ਅਰਸਾ ਸਾਡੀ ਆਤਮਾ ਉਸ ਪਰਮਾਤਮਾ ਦੀ ਭਗਤੀ ਔਰ ਪਿਆਰ ਵਿੱਚ ਨਹੀਂ ਲੱਗਦੀ, ਸਾਡਾ ਕਿਸੇ ਦਾ ਅਸਲੀ ਮਾਇਨਿਆਂ ਵਿੱਚ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਹਾਸਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅੱਛੀ ਤਰ੍ਹਾਂ ਸੋਚ ਕੇ ਵਿਚਾਰ ਕਰਕੇ ਦੇਖੋ ਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਦੁਨੀਆ ਅੰਦਰ ਸਭ ਕੁਝ ਬਖਸ਼ਿਆ ਹੋਇਆ ਹੈ, ਜ਼ਿੰਦਗੀ ਦਾ ਨੇਕ ਸਾਥੀ ਵੀ ਦਿੱਤਾ ਹੋਇਆ ਹੈ, ਨੇਕ ਔਲਾਦ ਵੀ ਦਿੱਤੀ ਹੈ, ਗਰਜੇ ਕਿ ਪਰਮਾਤਮਾ ਨੇ ਦੁਨੀਆ ਦੀਆਂ ਨਿਆਮਤਾਂ ਦੀ ਤਰਫੋਂ ਕੋਈ ਕਮੀ ਨਹੀਂ ਰੱਖੀ, ਲੇਕਿਨ ਫਿਰ ਵੀ ਕਦੇ ਇਕੱਲੇ ਬੈਠ ਕੇ ਦੇਖੋ, ਮਨ ਵਿੱਚ ਖੁਸ਼ੀ ਨਹੀਂ ਆਉਂਦੀ, ਸ਼ਾਂਤੀ ਨਹੀਂ ਆਉਂਦੀ। ਮਨ ਕਿਸੇ ਨਾ ਕਿਸੇ ਚੀਜ਼ ਵਾਸਤੇ ਭਟਕਦਾ ਔਰ ਤੜਪਦਾ ਰਹਿੰਦਾ ਹੈ। ਪਤਾ ਨਹੀਂ ਲੱਗਦਾ ਇਤਨਾ ਕੁਛ ਹੋਣ ਦੇ ਬਾਵਜੂਦ, ਕਿਸ ਕਮੀ ਦੇ ਨਾ ਹੋਣ ਦੇ ਬਾਵਜੂਦ ਮਨ ਕਿਸ ਚੀਜ਼ ਵਾਸਤੇ ਇਤਨਾ ਬੇਚੈਨ ਮਹਿਸੂਸ ਕਰਦਾ ਹੈ। ਇਹ ਸਾਡੀ ਆਤਮਾ ਦੀ ਕਸ਼ਿਸ਼ ਹੈ ਆਪਣੇ ਅਸਲ ਦੀ ਤਰਫ। ਜਿਤਨਾ ਚਿਰ ਅਸੀਂ ਆਪਣੇ ਆਪ ਨੂੰ ਅਸਲ ਦੀ ਤਰਫ ਨਹੀਂ ਜਾਣ ਦਿਆਂਗੇ, ਇਸ ਅੰਦਰ ਕਦੇ ਸੁੱਖ ਨਹੀਂ ਆ ਸਕਦਾ, ਸ਼ਾਂਤੀ ਨਹੀਂ ਆ ਸਕਦੀ। ਇਸ ਵਾਸਤੇ ਹਰ ਇੱਕ ਮਹਾਤਮਾ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਂਕ ਔਰ ਪਿਆਰ ਪੈਦਾ ਕਰਦੇ ਹਨ। ਦੁਨੀਆ ਅੰਦਰ ਕਦੇ ਵੀ ਕੋਈ ਮਹਾਤਮਾ ਕੌਮ ਜਾਂ ਮਜ਼ਹਬ ਬਣਾਉਣ ਵਾਸਤੇ ਨਹੀਂ ਆਉਂਦੇ, ਨਾ ਹੀ ਕੋਈ ਮਹਾਤਮਾ ਕਿਸੇ ਦੇ ਹੱਥ ਅੰਦਰ ਡੰਡੇ ਔਰ ਤਲਵਾਰਾਂ ਦੇਣ ਵਾਸਤੇ ਆਉਂਦੇ ਹਨ। ਉਹ ਕੇਵਲ ਸਾਡੇ ਕੋਲੋਂ ਉਸ ਪਰਮਾਤਮਾ ਦੀ ਭਗਤੀ ਕਰਵਾ ਕੇ, ਸਾਨੂੰ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਕਰਕੇ ਵਾਪਸ ਲਿਜਾ ਕੇ ਉਸ ਪਰਮਾਤਮਾ ਨਾਲ ਮਿਲਾਉਣ ਵਾਸਤੇ ਆਉਂਦੇ ਹਨ। ਕਬੀਰ ਸਾਹਿਬ ਕਹਿੰਦੇ ਹਨ, ਕਹੋ ਕਬੀਰ ਇਹ ਰਾਮ ਕੀ ਅੰਸ਼। ਇਹ ਆਤਮਾ ਉਸ ਰਾਮ ਜਾਂ ਪਰਮਾਤਮਾ ਦੀ ਅੰਸ਼ ਹੈ। ਇਹੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਆਤਮ ਮੇ ਰਾਮ, ਰਾਮ ਮੇ ਆਤਮ, ਚੀਨਸ ਗੁਰ ਵਿਚਾਰਾ।
कि आत्मा दे अंदर वो परमात्मा है, परमात्मा दे अंदर साडी आत्मा है। लेकिन इस चीज़ की सोझी जां समझ कदों आउंदी है? जिस वक्त असी गुरमुखां दे दस्से उपदेश उत्ते चल के अपने अंदरों उस परमात्मा नूं पहचानण दे काबिल बन जांदे हां। मिसाल के तौर पर एक बोड़ का दरख्त कितना बड़ा हुंदा है, लेकिन उसका बीज कितना छोटा हुंदा है। अगर कोई समझाउण की कोशिश करे कि इतने छोटे जिहे बीज के अंदर इतना बड़ा दरख्त है, तो थोड़े कीते किसी की समझ विच नहीं आ सकता। जदों बीज नूं जमीन के अंदर बो दिंदे हां, वो छोटा जिहा पौधा बन के निकलता है और आहिस्ता आहिस्ता परवरिश पा के बढ़दा इतना बड़ा दरख्त हो जाता है। फिर पता लगता है कि इतने बड़े दरख्त के अंदर बहुत छोटा जिहा बीज है और इतने छोटे जिहे बीज के अंदर बहुत बड़ा दरख्त है। इसे तरह महात्मा प्यार नाल समझाउंदे हन कि साडी आत्मा उस परमात्मा दी अंश है। असी उस मालक तो विछड़ के इस माया दे जाल दे अंदर फसे हुए हाँ। इत्थे आके साडी आत्मा ने मन का साथ ले लिया। मन अगे इंद्रियां दे भोगां, विषयां, वकारां, शवाबां, कबाबां, दुनिया के धंधियां दा आशिक है। जो जो कर्म असी मन के ताबे हो के अधीन हो के करते हाँ, अच्छे भी करते हाँ, बुरे भी करते हाँ, उन्हां सारियां दा नतीजा साथ साथ साडी आत्मा नूं ही देना पैंदा है। इस दुनिया नूं संत महात्मा ने कर्म भूमि कह के बयान किया है। गुरु अर्जन देव जी ने 12 महा विच इसनूं कर्मा संदड़ा खेत कह के बयान किया है। जमीन के अंदर जो भी बीज कोई डालता है, उसे फसल नूं कट्टण वास्ते उन्होंने जाना पैंदा है। ये देह विच बैठ के अच्छे कर्म करते हाँ, अच्छा नतीजा भुगतण वास्ते आ जावांगे। मंदे कर्म करते हाँ, मंदा नतीजा भुगतण वास्ते आ जावांगे। ना चंगे कर्मां करके कदे कोई देह दियां बंधनां तो आज़ाद हो सकता है, ना बुरियां कर्मां कारण किसी का मरण जम्मण दियां दुखां तो छुटकारा हो सकता है। अगर असी नेक कर्म करते हाँ, की नतीजा हुंदा है? सेठ शाहूकार बन के आ जाते हाँ, राजे महाराजे बन के आ जाते हाँ, कौमां मजहबां मुल्कां की हुकूमत हासिल करके आ जाते हाँ। लोहे दीयां जंजीरां उतर जांदियां हन, सोने दीयां बेड़ियां पै जांदियां हन। झोंपड़ी चों बिस्तर उठा के महलों में जाके विछा लवांगे। हथ चों झाड़ू निकल जाएगा, हुकूमत की बागडोर मिल जाएगी। ज़्यादा तो ज़्यादा असी बैकुंठां ते स्वर्गां तक चले जाते हाँ। वो भी भोग जूनियां हन, खास मुद्दत के वास्ते हन। उस तो बाद फिर सानू इसे 84 के जेल खाने में आउणा पैंदा है। अगर असी बुरे कर्म करते हाँ, फिर तो नरक और 84 तैयार ही रहिंदी है। क्या राजा, क्या प्रजा, क्या अमीर, क्या गरीब, क्या औरत, क्या आदमी, असी सब दुनिया के जीव इस जगह आके आपो अपने कर्मां का हिसाब दे रहे हाँ। और उन्हां कर्मां के कारण जिस भी जगह जाके किसी नूं जन्म लेना पैंदा है, उसे जामे अंदर बैठ के दुख और मुसीबतां सहणियां पैंदियां हन। किसी जामे अंदर जाके कदे कोई सुख हासिल नहीं कर सकता, शांति प्राप्त नहीं कर सकता। गुरु अमरदास जी उपदेश करते हैं, पिर सच्चे ते सदा सुहागण, कि साडी आत्मा इस्त्री है, वो परमात्मा इसका पति है। जितना अरसा रूह रूपी इस्त्री पति रूपी परमात्मा के चरणों तक नहीं पहुँचती, ये कदे सुहागण नहीं हो सकती। इसका मरण जम्मण के दुखों तो कदे छुटकारा नहीं हो सकता। इसलिए हर एक नूं परमात्मा की खोज है। असी सब दुनिया के जीव वापस जाके उस परमात्मा नाल मिलना चाहते हैं। जिस परमात्मा की सानू खोज है, जिस परमात्मा नूं असी मिलना चाहते हाँ, वो परमात्मा किते बाहर नहीं है। गुरु साहब समझाते हैं, घर अंदर सब वत है, बाहर किश नाही। कि भरावा वो परमात्मा जिसने सब कुछ पैदा किया है, वो जरे जरे पत्ते पत्ते अंदर समाया होया है, वो व्यापक है। वो परमात्मा किते बाहर नहीं है, वो साडे अंदर बैठा होया है। अगर कोई लैबोरेटरी या प्रयोगशाला है जिस दे अंदर जाके असी मालक की खोज कर सकते हाँ, तो वो केवल साडा अपना शरीर, अपनी देह और वजूद है। किसी महात्मा की बाणी खुले दिल नाल पढ़ के देख लो, सब इहो उपदेश करते हैं। गुरु अमरदास जी फरमाते हैं, काया अंदर आप वसे, अलख न लखिया जाई, मनमुख मुग्ध बूझे नाही, बाहर भालन जाई।
ਕਿ ਅਸੀਂ ਮਨਮੁਖ ਹਾਂ, ਮੁਗਧ ਹਾਂ, ਗਵਾਰ ਹਾਂ। ਉਹ ਪਰਮਾਤਮਾ ਸਰੀਰ ਦੇ ਅੰਦਰ ਬੈਠਾ ਹੋਇਆ ਹੈ। ਅਸੀਂ ਉਸ ਪਰਮਾਤਮਾ ਨੂੰ ਦਿਨ ਰਾਤ ਬਾਹਰੋਂ ਢੂੰਡਣ ਦੀ ਕੋਸ਼ਿਸ਼ ਕਰਨ ਲੱਗੇ ਹੋਏ ਹਾਂ। ਕਬੀਰ ਸਾਹਿਬ ਕਹਿੰਦੇ ਹਨ, ਜਿਉਂ ਤਿਲ में तेल है चकमक में आग, तेरा साईं तुझ में जाग सके तो जाग। ਕਿ ਉਹ ਭਰਾਵਾ, ਜਿਸ ਤਰ੍ਹਾਂ ਤਿਲਾਂ ਅੰਦਰ ਤੇਲ ਹੈ, ਪੱਥਰ ਅੰਦਰ ਅਗਨੀ ਹੈ, ਉਸੇ ਤਰ੍ਹਾਂ ਉਹ ਪਰਮਾਤਮਾ ਜਿਸ ਦੀ ਤੂੰ ਖੋਜ ਕਰਨ ਲੱਗਾ ਹੋਇਆ ਹੈ, ਉਹ ਤੇਰੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ। ਜੀਸਸ ਕ੍ਰਾਈਸਟ ਨੇ ਬਾਈਬਲ ਅੰਦਰ ਸਮਝਾਇਆ ਹੈ, ਰਿਪੈਂਟ ਕਿੰਗਡਮ ਆਫ ਗੋਡ ਇਜ਼ ਵਿਦਨ ਯੂ। ਕਿ ਭਾਵ ਜੋ ਕੁਛ ਤੁਸੀਂ ਪਿਛਲੇ ਜਨਮਾਂ ਅੰਦਰ ਕਰਮ ਕੀਤੇ ਹਨ, ਉਹਨਾਂ ਦਾ ਪਛਤਾਤਾਪ ਕਰੋ, ਉਹਨਾਂ ਦਾ ਹਿਸਾਬ ਕਿਤਾਬ ਖਤਮ ਕਰੋ। ਪਰਮਾਤਮਾ ਕਿਤੇ ਬਾਹਰ ਨਹੀਂ, ਉਹ ਤੁਹਾਡੇ ਸਰੀਰ, ਤੁਹਾਡੀ ਦੇਹ, ਤੁਹਾਡੇ ਵਜੂਦ ਦੇ ਅੰਦਰ ਬੈਠਾ ਹੋਇਆ ਹੈ। ਇਹੋ ਤੁਲਸੀ ਸਾਹਿਬ ਕਹਿੰਦੇ ਹਨ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਾਹ ਰਗ ਮੇਂ ਹੈ ਦਿਲ ਪਰ ਪੇ ਜਾਣੇ ਕੇ लिए। ਕਿ ਭਾਵ ਕਿਉਂ ਪਰਮਾਤਮਾ ਦੀ ਤਲਾਸ਼ ਵਿੱਚ ਜੰਗਲਾਂ ਪਹਾੜਾਂ ਵਿੱਚ ਮਾਰੇ ਮਾਰੇ ਭਟਕਦੇ ਫਿਰਦੇ ਹੋ? ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਉਹ ਤੁਹਾਡੇ ਸਰੀਰ, ਤੁਹਾਡੇ ਦੇਹ ਜਾਂ ਵਜੂਦ ਦੇ ਅੰਦਰ ਬੈਠਾ ਹੋਇਆ ਹੈ। ਇਹੋ ਪਲਟੂ ਸਾਹਿਬ ਕਹਿੰਦੇ ਹਨ, ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ। ਕਿ ਜਿਹੜੇ ਪਰਮਾਤਮਾ ਨੂੰ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਵਿੱਚੋਂ ਢੂੰਡਦੇ ਫਿਰਦੇ ਹੋ, ਉਹ ਪਰਮਾਤਮਾ ਤਾਂ 24 ਘੰਟੇ ਤੁਹਾਡੇ ਨਾਲ ਹੈ, ਤੁਹਾਡੇ ਸਰੀਰ ਅੰਦਰ ਬੈਠਾ ਹੋਇਆ ਹੈ। ਇਸ ਵਾਸਤੇ ਰਿਸ਼ੀ ਮੁਨੀਆਂ ਨੇ ਸਾਡੇ ਸਰੀਰ ਨੂੰ ਨਰ ਨਰਾਇਣੀ ਦੇਹ ਕਹਿ ਕੇ ਯਾਦ ਕੀਤਾ ਹੈ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਕਿ ਸਾਡਾ ਸਰੀਰ ਹੀ ਮਾਲਕ ਦੇ ਰਹਿਣ ਦਾ ਅਸਲੀ ਹਰਮੰਦਰ ਹੈ। ਜਦੋਂ ਵੀ ਮਾਲਕ ਦੇ ਮਿਲਣ ਦਾ ਮੌਕਾ ਪ੍ਰਾਪਤ ਹੋਵੇਗਾ, ਗਿਆਨ ਤਜਰਬਾ ਹੋਵੇਗਾ ਜਾਂ ਪ੍ਰਾਪਤੀ ਹੋਵੇਗੀ, ਕੇਵਲ ਇਸ ਸਰੀਰ, ਦੇਹ ਜਾਂ ਵਜੂਦ ਅੰਦਰੋਂ ਹੋਵੇਗੀ। ਹੁਣ ਤੁਸੀਂ ਖੁਦ ਸੋਚ ਸਕਦੇ ਹੋ, ਅਸੀਂ ਦੁਨੀਆ ਦੇ ਜੀਵ ਕਿਹੜੀ ਅਕਲ ਦੇ ਮਾਲਿਕ ਹਾਂ ਕਿ ਨਾ ਮੰਦਰ, ਮਸਜਿਦ, ਗੁਰਦੁਆਰੇ, ਗਿਰਜਿਆਂ ਵਿੱਚ ਜਾ ਕੇ ਦਿਨ ਰਾਤ ਪਰਮਾਤਮਾ ਨੂੰ ਢੂੰਡਣ ਲੱਗੇ ਹੋਏ ਹਾਂ, ਬਨਿਸਬਤ ਉਸ ਜਗ੍ਹਾ 'ਤੇ ਜਿਹੜੀ ਪਰਮਾਤਮਾ ਨੇ ਖੁਦ ਆਪਣੇ ਰਹਿਣ ਵਾਸਤੇ ਬਣਾਈ ਹੈ, ਜਿਸ ਦੇ ਅੰਦਰ ਪਰਮਾਤਮਾ ਖੁਦ ਬੈਠਾ ਹੋਇਆ ਹੈ। ਭਾਵ ਕਦੇ ਵੀ ਅਸੀਂ ਸਰੀਰ ਦੇ ਅੰਦਰ ਵੜ ਕੇ ਪਰਮਾਤਮਾ ਦੀ ਢੂੰਡਣ ਦੀ ਕੋਸ਼ਿਸ਼ ਨਹੀਂ ਕਰਦੇ। ਫਿਰ ਵੀ ਅਸੀਂ ਆਪਣੇ ਮੰਦਰ, ਮਸਜਿਦਾਂ, ਗੁਰਦੁਆਰਿਆਂ, ਗਿਰਜਿਆਂ ਨੂੰ ਕਿਤਨਾ ਸਾਫ਼ ਸੁਥਰਾ ਰੱਖਦੇ ਹਾਂ। ਉੱਥੇ ਧੂਪ ਜਲਾਉਂਦੇ ਹਾਂ, ਸੰਗਮਰਮਰ ਦੇ ਪੱਥਰ ਲਗਾਉਂਦੇ ਹਾਂ, ਬੜੇ ਕੀਮਤੀ ਕਾਲੀਨ ਵਿਛਾਉਂਦੇ ਹਾਂ, ਉੱਚਾ ਨਹੀਂ ਬੋਲਦੇ, ਕੋਈ ਭੈੜਾ ਖੋਟਾ ਪਾਪ ਔਰ ਕਰਮ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਮਾਲਕ ਦੇ ਰਹਿਣ ਦੀ ਜਗ੍ਹਾ ਹੈ, ਇਸ ਦੀ ਪਵਿੱਤਰਤਾ ਸਾਨੂੰ ਜ਼ਰੂਰ ਕਾਇਮ ਰੱਖਣੀ ਚਾਹੀਦੀ ਹੈ। ਲੇਕਿਨ ਜਿਹੜੀ ਜਗ੍ਹਾ ਪਰਮਾਤਮਾ ਨੇ ਖੁਦ ਆਪਣੇ ਰਹਿਣ ਵਾਸਤੇ ਬਣਾਈ ਹੈ, ਜਿਸ ਦੇ ਅੰਦਰ ਪਰਮਾਤਮਾ ਖੁਦ ਬੈਠਾ ਹੋਇਆ ਹੈ, ਦੇਖ ਲਓ ਉਹਦੇ ਅੰਦਰ ਕਦੀ ਮਾਸ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਕਦੀ ਬੈਠ ਕੇ ਭੈੜੇ ਖੋਟੇ ਕਰਮ ਜਾਂ ਪਾਪ ਕਰਦੇ ਹਾਂ, ਕਦੇ ਕਿਸੇ ਦੇ ਗਲੇ ਕੱਟਣ ਦੀਆਂ ਸਕੀਮਾਂ ਸੋਚਦੇ ਹਾਂ, ਨਿੰਦਿਆ ਚੁਗਲੀ ਕਰਦੇ ਹਾਂ, ਆਪਣੀ ਬਣਾਈ ਹੋਈ ਚੀਜ਼ ਦੀ ਕਦਰ ਕਰਦੇ ਹਾਂ, ਪਰਮਾਤਮਾ ਦੀ ਬਣਾਈ ਹੋਈ ਚੀਜ਼ ਦੀ ਕਦਰ ਨਹੀਂ ਕਰਦੇ। ਕਈ ਦਫਾ ਇਤਿਹਾਸ ਪੜ੍ਹ ਕੇ ਬੜੀ ਸ਼ਰਮ ਆਉਂਦੀ ਹੈ ਕਿ ਅਗਰ ਗਲਤੀ ਨਾਲ ਬਣਾਏ ਹੋਏ ਸਾਡੇ ਕਿਤੇ ਮੰਦਰ, ਮਸਜਿਦ, ਗੁਰਦੁਆਰਿਆਂ ਦੀ ਕਿਸੇ ਦੀਵਾਰ ਵਿੱਚ ਤਰੇੜ ਵੀ ਆ ਜਾਵੇ ਤਾਂ ਅਸੀਂ ਪਰਮਾਤਮਾ ਦੇ ਸਾਜੇ ਹੋਏ ਹਜ਼ਾਰਾਂ ਹਰਮੰਦਰਾਂ ਨੂੰ ਗਿਰਾਉਣ ਵਾਸਤੇ ਜਾਂਦੇ ਹਾਂ। ਇਨਸਾਨ ਨਾਲ ਨਫ਼ਰਤ ਕਰਦਾ ਹੈ, ਇੱਟਾਂ ਪੱਥਰਾਂ ਨਾਲ ਪਿਆਰ ਕਰਦਾ ਹੈ। ਕਬੀਰ ਸਾਹਿਬ ਕਹਿੰਦੇ ਹਨ, अव्वल अल्लाह नूर उपाया कुदरत के सब बंदे, एक नूर ते सब जग उपजिया कौन भले को मंदे। वो परमात्मा, ਉਹਦਾ ਨੂਰ, ਉਹਦਾ ਪ੍ਰਕਾਸ਼ ਹਰ ਇੱਕ ਦੇ ਅੰਦਰ ਹੈ। ਨਾ ਕੋਈ ਚੰਗਾ ਹੈ, ਨਾ ਕੋਈ ਬੁਰਾ ਹੈ, ਸਭ ਆਪੋ ਆਪਣੇ ਕਰਮਾਂ ਦਾ ਹਿਸਾਬ ਦੇ ਰਹੇ ਹਨ। ਗੁਰੂ ਸਾਹਿਬ ਇੱਥੇ ਸਮਝਾਉਂਦੇ ਹਨ ਕਿ ਅਗਰ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਪਰਮਾਤਮਾ ਦੀ ਖੋਜ ਕਰਨਾ ਚਾਹੁੰਦੇ ਹੋ, ਉਹਦੀ ਭਗਤੀ ਜਾਂ ਪੂਜਾ ਕਰਨੀ ਚਾਹੁੰਦੇ ਹੋ, ਤਾਂ ਸਰੀਰ ਦੇ ਅੰਦਰ ਵੜ ਕੇ ਕਰੋ, ਦੇਹ ਔਰ ਵਜੂਦ ਦੇ ਅੰਦਰ ਵੜ ਕੇ ਕਰੋ। ਗੁਰੂ ਸਾਹਿਬ ਬੜੇ ਸਾਫ਼ ਤਰੀਕੇ ਨਾਲ ਕਹਿੰਦੇ ਹਨ ਕਿ ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਕਿ ਜਿਹੜੇ ਗੁਰਮੁਖ ਲੋਕ ਹਨ, ਮਾਲਕ ਦੇ ਭਗਤ ਔਰ ਪਿਆਰੇ ਹਨ, ਉਹ ਹਮੇਸ਼ਾ ਦੇਹ ਔਰ ਸਰੀਰ ਦੇ ਅੰਦਰ ਵੜ ਕੇ ਮਾਲਕ ਦੀ ਖੋਜ ਕਰਦੇ ਹਨ। ਬਾਕੀ ਸਭ ਦੁਨੀਆ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਇੱਥੇ ਹੀ ਦਿਨ ਰਾਤ ਭੁੱਲੇ ਫਿਰਦੇ ਹਨ।
ਮਨ ਵਿੱਚ ਖਿਆਲ ਆਉਂਦਾ ਹੈ ਕਿ ਅਗਰ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਹੈ ਤਾਂ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ? ਕਿਸ ਚੀਜ਼ ਦੀ ਰੁਕਾਵਟ ਹੈ ਔਰ ਉਹ ਰੁਕਾਵਟ ਸਾਡੇ ਰਸਤੇ ਵਿੱਚੋਂ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ? ਇਸ ਬਾਰੇ ਗੁਰੂ ਸਾਹਿਬ ਆਪਣੀ ਦੂਸਰੀ ਕੜੀ ਵੱਲ ਇਸ਼ਾਰਾ ਕਰਦੇ ਹਨ। ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ। ਹੁਣ ਆਪ ਫਰਮਾ ਰਹੇ ਹਨ ਕਿ ਪਰਮਾਤਮਾ ਜ਼ਰੂਰ ਸਾਡੇ ਹਰ ਇੱਕ ਦੇ ਸਰੀਰ ਦੇ ਅੰਦਰ ਹੈ, ਲੇਕਿਨ ਸਾਡੇ ਅਤੇ ਮਾਲਕ ਦੇ ਦਰਮਿਆਨ ਬੜੇ ਜ਼ਬਰਦਸਤ ਬਜਰ ਕਪਾਟ ਲੱਗੇ ਹੋਏ ਹਨ। ਜਿੰਨਾ ਚਿਰ ਇਹ ਬਜਰ ਕਪਾਟ ਸਾਡੇ ਰਸਤੇ 'ਚੋਂ ਦੂਰ ਨਹੀਂ ਹੁੰਦੇ, ਬੇਸ਼ੱਕ ਉਹ ਪਰਮਾਤਮਾ ਹਰ ਇੱਕ ਦੇ ਅੰਦਰ ਹੈ, ਸਾਡੀ ਖਾਤਰ ਸਾਡੇ ਅੰਦਰ ਬੈਠਾ ਹੋਇਆ ਹੈ, ਅਸੀਂ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਪਾ ਨਹੀਂ ਸਕਦੇ। ਗੁਰੂ ਅਰਜਨ ਦੇਵ ਜੀ ਸਾਹਿਬ ਬੜੇ ਅੱਛੇ ਤਰੀਕੇ ਨਾਲ ਸਮਝਾਉਂਦੇ ਹਨ, ਏਕਾ ਸੰਗਤ ਏਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ, ਕਿ ਦੋਨੋਂ ਇਕੱਠੇ ਰਹਿੰਦੇ ਹਨ, ਦੋਨਾਂ ਦਾ ਇੱਕੋ ਘਰ ਵਿੱਚ ਨਿਵਾਸ ਹੈ, ਲੇਕਿਨ ਆਪਸ ਵਿੱਚ ਮਿਲਾਪ ਨਹੀਂ ਹੈ। ਆਤਮਾ ਵੀ ਇਸੇ ਸਰੀਰ ਦੇ ਅੰਦਰ ਹੈ, ਪਰਮਾਤਮਾ ਵੀ ਇਸੇ ਸਰੀਰ ਦੇ ਅੰਦਰ ਹੈ, ਪਰ ਨਾ ਅੱਜ ਤੱਕ ਕਦੇ ਆਤਮਾ ਨੇ ਪਰਮਾਤਮਾ ਦੇ ਦਰਸ਼ਨ ਕੀਤੇ, ਨਾ ਕਦੇ ਆਤਮਾ ਸੁਹਾਗਣ ਹੋਈ। ਆਪ ਇਸ ਦਾ ਕਾਰਨ ਬਿਆਨ ਕਰਦੇ ਹਨ, ਅੰਤਰ ਅਲਖ ਨਾ ਲਖਿਆ ਜਾਏ ਵਿੱਚ ਪੜਦਾ ਹੋਮੇ ਪਾਈ। ਆਪ ਇਸ ਦਾ ਕਾਰਨ ਬਿਆਨ ਕਰਦੇ ਹਨ, ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹੋਮੇ ਪਾਈ, ਕਿ ਭਰਾਵਾ ਪਰਮਾਤਮਾ ਜ਼ਰੂਰ ਤੇਰੇ ਅੰਦਰ ਹੈ, ਨਜ਼ਰ ਤੈਨੂੰ ਸਿਰਫ ਇਸ ਵਾਸਤੇ ਨਹੀਂ ਆਉਂਦਾ ਕਿ ਤੇਰੇ ਔਰ ਮਾਲਕ ਦੇ ਦਰਮਿਆਨ ਹਉਮੈ ਦੀ ਰੁਕਾਵਟ ਹੈ, ਖੁਦੀ ਦੀ ਰੁਕਾਵਟ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹਉਮੈ ਜਾਏ, ਕਿ ਮੌਤ ਤੋਂ ਬਾਅਦ ਕੀ ਅਸੀਂ ਜਿੰਦੇ ਜੀ ਮੁਕਤੀ ਹਾਸਲ ਕਰ ਸਕਦੇ ਹਾਂ ਅਗਰ ਸਾਡੇ ਅੰਦਰੋਂ ਹਉਮੈ ਨਿਕਲ ਜਾਂਦੀ ਹੈ, ਖੁਦੀ ਸੈਲਫ ਔਰ ਈਗੋ ਦੀ ਰੁਕਾਵਟ ਦੂਰ ਹੋ ਜਾਂਦੀ ਹੈ। ਇਹ ਹਉਮੈ ਕੀ ਹੈ? ਜਿਹੜਾ ਆਪਾਂ ਸਾਰਾ ਦਿਨ ਸੋਚਦੇ ਰਹਿੰਦੇ ਹਾਂ, ਇਹ ਮੇਰੀ ਕੌਮ ਹੈ, ਇਹ ਮੇਰਾ ਮਜ਼ਹਬ ਹੈ, ਮੇਰਾ ਮੁਲਕ ਹੈ, ਮੇਰੀ ਜਾਇਦਾਦ, ਮੇਰੀ ਔਲਾਦ ਹੈ, ਜਿਨ੍ਹਾਂ ਨੂੰ ਸਾਰਾ ਦਿਨ ਮੇਰਾ ਮੇਰਾ ਕਰਦੇ ਹਾਂ। ਸੋਚ ਕੇ ਦੇਖ ਲਓ, ਉਹ ਸਭ ਕੁਝ ਹੀ ਪਰਮਾਤਮਾ ਦਾ ਹੈ। ਅਸੀਂ ਆਪਣੇ ਆਪ ਨੂੰ ਉਸ ਤੋਂ ਅਲੱਗ ਸਮਝੀ ਬੈਠੇ ਹਾਂ, ਇਹਨਾਂ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਨਾ ਅੱਜ ਤੱਕ ਕਿਸੇ ਦੇ ਬਣੇ ਹਨ, ਨਾ ਕਦੇ ਬਣ ਸਕਦੇ ਹਨ, ਲੇਕਿਨ ਜਿਹੜੀ ਇਹਨਾਂ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਨੂੰ ਇਹਨਾਂ ਦੇ ਮੋਹ ਵਿੱਚ ਫਸਾ ਦਿੰਦੀ ਹੈ, ਇਹਨਾਂ ਦੇ ਪਿਆਰ ਵਿੱਚ ਫਸਾ ਦਿੰਦੀ ਹੈ। ਇਹਨਾਂ ਸ਼ਕਲਾਂ ਪਦਾਰਥਾਂ ਨਾਲ ਇੰਨਾ ਮੋਹ ਪਿਆਰ ਪੈਦਾ ਹੋ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵੀ ਇਹਨਾਂ ਦੇ ਹੀ ਆਉਂਦੇ ਹਨ। ਮੌਤ ਦੇ ਵਕਤ ਇਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੀ ਸਕਰੀਨ ਦੀ ਤਰ੍ਹਾਂ ਸਾਡੀਆਂ ਅੱਖਾਂ ਅੱਗੇ ਆ ਕੇ ਖੜੀਆਂ ਹੋ ਜਾਂਦੀਆਂ ਹਨ। ਉਹ ਕਹਿੰਦੇ ਹਨ, ਜਹਾਂ ਆਸਾ ਤਹਾਂ ਬਾਸਾ। ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆ ਦੇ ਜੀਵ ਉਸੇ ਰੌਹ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਬਾਰ-ਬਾਰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਉਂਦੀ ਹੈ? ਆਪ ਫਰਮਾਉਂਦੇ ਹਨ, ਦੁਨੀਆ ਦਾ ਮੋਹ ਔਰ ਪਿਆਰ ਲਿਆਉਂਦਾ ਹੈ। ਇਹ ਮੋਹ ਪਿਆਰ ਕੌਣ ਪੈਦਾ ਕਰਦਾ ਹੈ? ਆਪ ਫਰਮਾਉਂਦੇ ਹਨ, ਸਾਡਾ ਮਨ ਪੈਦਾ ਕਰਦਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਹਨ, ਆਤਮਾ ਪਰਮਾਤਮਾ ਦੇ ਦਰਮਿਆਨ ਕੇਵਲ ਸਾਡੇ ਮਨ ਦੀ ਰੁਕਾਵਟ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਮਨ ਜੀਤੇ ਜਗ ਜੀਤ। ਅਗਰ ਤੁਸੀਂ ਮਨ ਨੂੰ ਜਿੱਤ ਲਓਗੇ, ਤੁਸੀਂ ਸਾਰੀ ਦੁਨੀਆ ਦੇ ਬਣਾਉਣ ਵਾਲੇ ਨੂੰ ਹੀ ਜਿੱਤ ਲਓਗੇ। ਅੱਛੀ ਤਰ੍ਹਾਂ ਵਿਚਾਰ ਕਰਕੇ ਦੇਖੋ, ਆਪਣਾ ਮਨ ਹੀ ਤਾਂ ਹੈ ਜਿਸ ਦੇ ਤਾਬੇ ਹੋ ਕੇ ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦਾ ਦੁਸ਼ਮਣ ਹੈ। ਕਿਸ ਤਰ੍ਹਾਂ ਇੱਕ ਦੂਜੇ ਦੇ ਗਲੇ ਕੱਟਣ ਦੀਆਂ ਸਕੀਮਾਂ ਆਪ ਲਗਾ ਰਹੇ ਹਾਂ। ਇਹ ਜੋ ਕੁਝ ਵੀ ਸਾਡੇ ਕੋਲੋਂ ਕਰਵਾ ਰਿਹਾ ਹੈ, ਸਾਡਾ ਮਨ ਕਰਵਾ ਰਿਹਾ ਹੈ। ਜਿਤਨਾ ਅਰਸਾ ਅਸੀਂ ਮਨ 'ਤੇ ਹਾਵੀ ਨਹੀਂ ਹੁੰਦੇ, ਮਨ 'ਤੇ ਕਾਬੂ ਨਹੀਂ ਪਾਉਂਦੇ, ਮਨ ਦੀ ਰੁਕਾਵਟ ਨੂੰ ਰਸਤੇ ਵਿੱਚੋਂ ਦੂਰ ਨਹੀਂ ਕਰ ਸਕਦੇ। ਬੇਸ਼ੱਕ ਉਹ ਪਰਮਾਤਮਾ ਹਰ ਇੱਕ ਦੇ ਅੰਦਰ ਹੈ, ਅਸੀਂ ਆਪਣੇ ਅੰਦਰੋਂ ਕਦੇ ਵੀ ਉਸ ਪਰਮਾਤਮਾ ਨੂੰ ਨਹੀਂ ਪਾ ਸਕਦੇ। ਮਨ ਦੀ ਰੁਕਾਵਟ ਨੂੰ ਰਸਤੇ ਵਿੱਚੋਂ ਦੂਰ ਕਰਨ ਦਾ ਕੀ ਮਤਲਬ ਹੈ? ਜਿਸ ਤਰ੍ਹਾਂ ਆਤਮਾ ਪਰਮਾਤਮਾ ਦੀ ਅੰਸ਼ ਹੈ, ਮਨ ਵੀ ਕੋਈ ਛੋਟੀ ਜਿਹੀ ਚੀਜ਼ ਨਹੀਂ, ਇਹ ਵੀ ਬ੍ਰਹਮ ਦੀ ਅੰਸ਼ ਹੈ, ਤ੍ਰਿਕਟੀ ਦਾ ਰਹਿਣ ਵਾਲਾ ਹੈ, ਲੇਕਿਨ ਵਿਸ਼ਿਆਂ ਵਕਾਰਾਂ ਵਿੱਚ ਫਸ ਕੇ ਆਪਣੇ ਆਪ ਨੂੰ ਖੋ ਬੈਠਾ ਹੈ, ਆਪਣੇ ਅਸਲ ਨੂੰ ਖੋ ਬੈਠਾ ਹੈ। ਜੋ ਜੋ ਕਰਮ ਮਨ ਕਰਦਾ ਹੈ, ਉਸ ਦਾ ਨਤੀਜਾ ਸਾਥ-ਸਾਥ ਸਾਡੀ ਆਤਮਾ ਨੂੰ ਵੀ ਦੇਣਾ ਪੈਂਦਾ ਹੈ। ਇਸ ਵਾਸਤੇ ਸੁਕਰਾਤ ਨੇ ਇਸ਼ਾਰਾ ਕੀਤਾ ਸੀ, ਨੋ ਥਾਈ ਸੈਲਫ, ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਚਾਨਣਾ।
ਗੁਰੂ ਸਾਹਿਬ ਉਪਦੇਸ਼ ਕਰਦੇ ਹਨ, ਸੋ ਜਨ ਨਿਰਮਲ ਜਿਨ ਆਪ ਪਛਾਤਾ, ਕਿ ਉਹ ਸ਼ਖਸ ਨਿਰਮਲ ਹੈ, ਪਵਿੱਤਰ ਹੈ, ਜਿਹੜਾ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦਾ ਹੈ। ਅਸੀਂ ਕਦੋਂ ਆਪਣੇ ਆਪ ਨੂੰ ਪਹਿਚਾਨਦੇ ਹਾਂ? ਜਦੋਂ ਅਸੀਂ ਮਨ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ। ਸਾਡੀ ਆਤਮਾ ਤੋਂ ਸਭ ਗੰਦੇ ਗਿਲਾਫ ਉਤਰ ਜਾਂਦੇ ਹਨ। ਜਦੋਂ ਸਾਡੇ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ, ਸਾਡਾ ਮਨ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਵਾਪਸ ਪਹੁੰਚ ਜਾਂਦਾ ਹੈ। ਫਿਰ ਕਿਤੇ ਜਾ ਕੇ ਸਾਨੂੰ ਆਪਣੇ ਆਪ ਦੀ ਸੋਝੀ ਆਉਂਦੀ ਹੈ। ਗੁਰੂ ਸਾਹਿਬ ਅਗਲੀਆਂ ਤੁਕਾਂ ਅੰਦਰ ਇਸ ਸ਼ਬਦ ਔਰ ਨਾਮ ਦੀ ਮਹਿਮਾ ਕਰਦੇ ਹਨ, ਸਤਿਗੁਰ ਤੇ ਹਰ ਪਾਈਏ ਭਾਈ। ਅਗਰ ਮਨ ਨੂੰ ਪਵਿੱਤਰ ਕਰਨਾ ਚਾਹੁੰਦੇ ਹੋ, ਰਸਤੇ 'ਚੋਂ ਬਜਰ ਕਪਾਟ ਦੂਰ ਕਰਨੇ ਹਨ, ਤਾਂ ਕੀ ਕਰਨਾ ਪੈਂਦਾ ਹੈ? ਗੁਰਮੁਖਾਂ ਦੀ ਸੰਗਤ ਕਰਨੀ ਪੈਂਦੀ ਹੈ, ਸਾਧੂ ਸੰਤਾਂ ਮਹਾਤਮਾ ਦੀ ਸੋਭਤ ਕਰਨੀ ਪੈਂਦੀ ਹੈ। ਸਾਡਾ ਮਨ ਸੰਗਤ ਔਰ ਸੋਭਤ ਦਾ ਬੜਾ ਜਲਦੀ ਅਸਰ ਲੈਂਦਾ ਹੈ। ਆਪ ਹਮੇਸ਼ਾ ਅਰਜ਼ ਕਰਦੇ ਸਨ ਕਿ 10 ਦਿਨ ਜੂਆ ਖੇਡਣ ਵਾਲਿਆਂ ਕੋਲ ਉੱਠਣਾ ਬੈਠਣਾ ਸ਼ੁਰੂ ਕਰ ਦਿਓ, ਜੂਆ ਖੇਲਣ ਦੀ ਆਦਤ ਪੈ ਜਾਵੇਗੀ। ਸ਼ਰਾਬ ਪੀਣ ਵਾਲਿਆਂ ਕੋਲ ਬੈਠੋ, ਸਿਗਰਟ ਪੀਣ ਵਾਲਿਆਂ ਕੋਲ ਬੈਠੋ, ਵੈਸੇ ਵੈਸੇ ਵਿਚਾਰ ਮਨ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਸੰਗਤ ਕਰਦੇ ਹਾਂ, ਸੋਭਤ ਕਰਦੇ ਹਾਂ। ਉਹਨਾਂ ਨੂੰ ਦੇਖ ਕੇ ਬਦੋ ਬਦੀ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਂਕ ਔਰ ਪਿਆਰ ਪੈਦਾ ਹੋ ਜਾਂਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹਨ, ਸਾਕਤ ਸੂਤ ਬਹੁ ਗੁਰਜੀ ਭਰਿਆ, ਕਿਉਂ ਕਰ ਤਾਨ ਤਨੀਜੇ, ਤੰਤ ਸੂਤ ਕਿਛ ਨਿਕਸੇ ਨਾਹੀ, ਸਾਕਤ ਸੰਗ ਨਾ ਕੀਜੇ। ਕਿ ਭਰਾਵਾ, ਉਲਝੇ ਹੋਏ ਸੂਤ 'ਚੋਂ ਕਦੀ ਕੱਪੜਾ ਨਹੀਂ ਬੁਣਿਆ ਜਾ ਸਕਦਾ। ਇਸੀ ਤਰ੍ਹਾਂ ਮਨਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਰਹਿ ਕੇ ਤੇਰਾ ਖਿਆਲ ਕਦੇ ਵੀ ਪਰਮਾਤਮਾ ਦੀ ਭਗਤੀ ਦੀ ਤਰਫ ਨਹੀਂ ਜਾ ਸਕਦਾ। ਕਿਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ? ਆਪ ਕਹਿੰਦੇ ਹਨ, ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ। ਕਿ ਇਹ ਪਰਮਾਤਮਾ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਦੇ, ਸੋਭਤ ਦੇ, ਸਤਸੰਗ ਦੇ, ਤਾਂ ਕਿ ਤੇਰਾ ਪਤਾ ਲੱਗੇ, ਤੇਰੀ ਭਗਤੀ ਦੀ ਤਰਫ ਸਾਡਾ ਖਿਆਲ ਜਾਵੇ। ਮਾਲਕ ਦੇ ਭਗਤ ਔਰ ਪਿਆਰੇ ਸਤਸੰਗ ਦੇ ਜ਼ਰੀਏ ਸਾਡੇ ਖਿਆਲ ਨੂੰ ਇਹਨਾਂ ਵਹਿਮਾਂ ਭਰਮਾਂ ਸੰਕਲਪਾਂ ਕਰਮ ਕਾਂਡ 'ਚੋਂ ਕੱਢਦੇ ਹਨ, ਸਾਡੇ ਅੰਦਰ ਨਾਮ ਦੀ ਕਮਾਈ ਕਰਨ ਦਾ ਸ਼ੌਂਕ ਔਰ ਪਿਆਰ ਪੈਦਾ ਕਰਦੇ ਹਨ। ਗੁਰਮੁਖਾਂ ਨੇ ਘੋਲ ਕੇ ਸਾਡੇ ਅੰਦਰ ਕੁਛ ਨਹੀਂ ਪਾਉਣਾ। ਪਰਮਾਤਮਾ ਨੇ ਉਹ ਦੌਲਤ ਸਾਡੇ ਅੰਦਰ ਸਾਡੀ ਖਾਤਰ ਰੱਖੀ ਹੋਈ ਹੈ। ਉਹਨਾਂ ਨੇ ਇਸ਼ਾਰਾ ਕਰਨਾ ਹੈ, ਤਰੀਕਾ ਦੱਸਣਾ ਹੈ, ਕਿਹੜੇ ਸਾਧਨ ਔਰ ਤਰੀਕੇ ਦੇ ਜ਼ਰੀਏ ਅਸੀਂ ਸਰੀਰ ਅੰਦਰ ਰਿਸਰਚ ਦਾ ਖੋਜ ਕਰਕੇ ਆਪਣੇ ਖਿਆਲ ਨੂੰ ਸ਼ਬਦ ਜਾਂ ਨਾਮ ਨਾਲ ਜੋੜ ਕੇ ਧੁਰ ਧਾਮ ਪਹੁੰਚਣਾ ਹੈ। ਗੁਰੂ ਰਾਮਦਾਸ ਜੀ ਮਿਸਾਲ ਦਿੰਦੇ ਹਨ, ਕਾਸਟ ਮੇਂ ਯੂੰ ਹੈ ਬਸੰਤਰ, ਮਥ ਸੰਜਮ ਕਾਢ ਕਡੀਜੇ, ਰਾਮ ਨਾਮ ਹੈ ਜੋਤ ਸੁਭਾਈ, ਤਤ ਗੁਰਮੁਖ ਕਾਢ ਬੀਜੇ। ਭਰਾਵਾ, ਲੱਕੜੀ ਦੇ ਅੰਦਰ ਅਗਨੀ ਹੈ, ਪਰ ਨਾ ਤੈਨੂੰ ਨਜ਼ਰ ਆਉਂਦੀ ਹੈ, ਨਾ ਤੂੰ ਉਸ ਅਗਨੀ ਤੋਂ ਕਦੀ ਫਾਇਦਾ ਉਠਾ ਸਕਦਾ ਹੈ। ਜੇ ਜੁਗਤੀ ਦੇ ਜ਼ਰੀਏ ਲੱਕੜੀ 'ਤੇ ਲੱਕੜੀ ਨਹੀਂ ਰਗੜੇਗਾ, ਉਹ ਅਗਨੀ ਨੂੰ ਦੇਖ ਨਹੀਂ ਸਕੇਗਾ, ਉਸ ਤੋਂ ਫਾਇਦਾ ਨਹੀਂ ਉਠਾ ਸਕੇਗਾ। ਇਸੇ ਤਰ੍ਹਾਂ ਉਹ ਸ਼ਬਦ ਔਰ ਨਾਮ ਹਰ ਇੱਕ ਦੇ ਅੰਦਰ ਧੁਨਕਾਰਾਂ ਦੇ ਰਿਹਾ ਹੈ। ਉਹ ਚੋਰਾਂ ਅੰਦਰ ਵੀ ਹੈ, ਸੰਤਾਂ ਮਹਾਤਮਾਵਾਂ ਦੇ ਅੰਦਰ ਵੀ ਹੈ। ਇੱਥੇ ਕਿਸੇ ਕੌਮ, ਮਜ਼ਹਬ ਜਾਂ ਮੁਲਕ ਦਾ ਸਵਾਲ ਨਹੀਂ ਪੈਦਾ ਹੋ ਸਕਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ ਈਸਾਈ ਹੋ ਕੇ ਅੰਦਰ ਜਾਏ, ਲੇਕਿਨ ਤਤ ਗੁਰਮਤਿ ਕਾਢ ਲੀਜੇ। ਕਿ ਜਿਤਨਾ ਚਿਰ ਗੁਰਮੁਖਾਂ ਦੀ ਮੱਤ ਉੱਤੇ ਨਹੀਂ ਚੱਲਾਂਗੇ, ਉਹ ਨਾਮ ਰੂਪੀ ਦੌਲਤ ਨੂੰ, ਜਿਹੜੀ ਸਭ ਦੇ ਅੰਦਰ ਦਿਨ ਰਾਤ ਧੁਨਕਾਰਾਂ ਦੇ ਰਹੀ ਹੈ, ਕਦੇ ਵੀ ਹਾਸਲ ਨਹੀਂ ਕਰ ਸਕਾਂਗੇ। ਸੋ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਜਿਸ ਕਾ ਗ੍ਰਹਿ ਤਿਨ ਦੀਆਂ ਤਾਲਾ, ਕੁੰਜੀ ਗੁਰ ਸੁਪਾਈ, ਅਨਿਕ ਉਪਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸਰਣਾਈ। ਕਿ ਭਰਾਵਾ, ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸਨੇ ਨਾਮ ਰੂਪੀ ਦੌਲਤ ਤੇਰੇ ਅੰਦਰ ਤੇਰੀ ਖਾਤਰ ਰੱਖ ਕੇ ਉਸ ਦਾ ਭੇਦ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਤੂੰ ਮਨ ਬੁੱਧੀ ਨਾਲ ਕਿਤਨੇ ਗ੍ਰੰਥ ਪੋਥੀਆਂ ਪੜ੍ਹ ਕੇ ਉਸ ਚੀਜ਼ ਨੂੰ ਆਪਣੇ ਅੰਦਰੋਂ ਢੂੰਡਣ ਦੀ ਕੋਸ਼ਿਸ਼ ਕਰ, ਕਦੀ ਕਾਮਯਾਬ ਨਹੀਂ ਹੋ ਸਕੇਗਾ। ਬਿਨ ਸਤਿਗੁਰ ਸਰਣਾਈ ਭਾਵ ਜਦ ਤੱਕ ਤੂੰ ਗੁਰਮੁਖਾਂ ਦੀ ਸ਼ਰਨ ਹਾਸਲ ਨਹੀਂ ਕਰਦਾ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲਦਾ, ਇਹ ਦੌਲਤ ਹਾਸਲ ਨਹੀਂ ਕਰ ਸਕਦਾ। ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਭਰਾਵਾ, ਅਗਰ ਤੂੰ ਮਨ ਨੂੰ ਕਾਬੂ ਕਰਨਾ ਚਾਹੁੰਦਾ ਹੈ, ਰਾਮ ਨਾਮ ਦੇ ਨਾਲ ਖਿਆਲ ਜੋੜਨਾ ਚਾਹੁੰਦਾ ਹੈ, ਮਾਲਕ ਦੀ ਭਗਤੀ ਕਰਨਾ ਚਾਹੁੰਦਾ ਹੈ, ਤੈਨੂੰ ਗੁਰਮੁਖਾਂ ਦੀ ਸੰਗਤ ਕਰਨੀ ਪੈਣੀ ਹੈ, ਸਾਧੂ ਸੰਤਾਂ ਮਹਾਤਮਾ ਦੀ ਸੋਭਤ ਕਰਨੀ ਪੈਣੀ ਹੈ।
ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆਂ ਦਿਖਾਈ। ਗੁਰੂ ਸਾਹਿਬ ਕਹਿੰਦੇ ਹਨ ਅੰਤਰ ਨਾਮ ਨਿਧਾਨ ਹੈ। ਉਹ ਸ਼ਬਦ ਔਰ ਨਾਮ ਰੂਪੀ ਦੌਲਤ ਪਰਮਾਤਮਾ ਨੇ ਹਰ ਇੱਕ ਦੀ ਖਾਤਰ ਹਰ ਇੱਕ ਦੇ ਅੰਦਰ ਰੱਖੀ ਹੋਈ ਹੈ। ਸਤਿਗੁਰ ਦਿਆ ਦਿਖਾਈ ਜਦੋਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਕਰਦੇ ਹਾਂ, ਉਹ ਸਾਡੇ ਖਿਆਲ ਨੂੰ ਅੰਦਰੋਂ ਉਸ ਸ਼ਬਦ ਜਾਂ ਨਾਮ ਨਾਲ ਜੋੜ ਦਿੰਦੇ ਹਨ। ਇਹ ਜਿਤਨੇ ਵੀ ਸਾਡੇ ਮਜ਼ਹਬ ਹਨ, ਸਾਡੇ ਸਭ ਦੇ ਰਸਮੋ ਰਿਵਾਜ ਆਪੋ ਆਪਣੇ ਹਨ, ਕਿਉਂਕਿ ਸਾਡੇ ਆਪਣੇ ਪੈਦਾ ਕੀਤੇ ਹੋਏ ਹਨ। ਲੇਕਿਨ ਜੋ ਸੱਚੀ ਰੂਹਾਨੀਅਤ ਹੈ, ਅਸਲੀਅਤ ਹੈ, ਹਕੀਕਤ ਹੈ, ਉਹ ਹਰ ਮਜ਼ਹਬ ਦੀ ਤਹਿ ਦੇ ਅੰਦਰ ਇੱਕੋ ਚੀਜ਼ ਹੁੰਦੀ ਹੈ। ਮੁਖਤਲਿਫ ਮਹਾਤਮਾ ਨੇ ਮੁਖਤਲਿਫ ਕੌਮਾਂ, ਮਜ਼ਹਬਾਂ, ਮੁਲਕਾਂ ਅੰਦਰ ਬੈਠ ਕੇ ਮੁਖਤਲਿਫ ਲਫ਼ਜ਼ਾਂ ਦੇ ਜ਼ਰੀਏ ਸਾਡੇ ਅੰਦਰ ਕੇਵਲ ਇੱਕੋ ਰੂਹਾਨੀਅਤ ਨੂੰ ਹਾਸਲ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਉਸ ਨੂੰ ਗੁਰ ਕੀ ਬਾਣੀ, ਧੁਰ ਕੀ ਬਾਣੀ, ਸੱਚੀ ਬਾਣੀ, ਅਮਰ ਹੁਕਮ, ਅਕਥ ਕਥਾ, ਹਰੀ ਕੀਰਤਨ ਜਾਂ ਸ਼ਬਦ ਔਰ ਨਾਮ ਕਹਿ ਕੇ ਯਾਦ ਕੀਤਾ ਹੈ। ਰਿਸ਼ੀ ਮੁਨੀਆਂ ਨੇ ਉਸੇ ਰੂਹਾਨੀਅਤ ਨੂੰ ਆਕਾਸ਼ ਬਾਣੀ, ਰਾਮ ਨਾਮ, ਰਾਮ ਧੁਨ, ਨਿਰਮਲ ਨਾਦ, ਦਿਵ ਧੁਨੀ ਕਹਿ ਕੇ ਯਾਦ ਕੀਤਾ ਹੈ। ਮੁਸਲਮਾਨ ਫਕੀਰਾਂ ਨੇ ਉਸੇ ਰੂਹਾਨੀਅਤ ਨੂੰ ਕਲਮਾ, ਬਾਂਗੇ ਸਮਾਨੀ, ਕਲਮੇ ਇਲਾਹੀ, ਨਿਦਾਏ ਸੁਲਤਾਨੀ ਕਹਿ ਕੇ ਯਾਦ ਕੀਤਾ ਹੈ। ਕ੍ਰਾਈਸਟ ਨੇ ਉਸੇ ਰੂਹਾਨੀਅਤ ਨੂੰ ਵਰਡ ਜਾਂ ਲੁਗਾਸ ਕਹਿ ਕੇ ਬਿਆਨ ਕੀਤਾ ਹੈ। ਸਾਨੂੰ ਕਦੇ ਵੀ ਲਫ਼ਜ਼ਾਂ ਦੇ ਬਹਿਸ ਮੁਬਾਸੇ ਅੰਦਰ ਨਹੀਂ ਉਲਝਣਾ ਚਾਹੀਦਾ। ਅਸੀਂ ਤਾਂ ਆਪਣੇ ਸਰੀਰ ਅੰਦਰ ਉਸ ਰੂਹਾਨੀਅਤ ਦੀ ਖੋਜ ਕਰਨੀ ਹੈ। ਗੁਰੂ ਨਾਨਕ ਦੇਵ ਜੀ ਸਾਫ਼ ਫਰਮਾਉਂਦੇ ਹਨ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਖਣਾ ਝਾਖ। ਕਿ ਭਰਾਵਾ, ਜੇ ਤੂੰ ਸਾਰਾ ਦਿਨ ਪੜ੍ਹਦਾ ਹੈ, ਸਾਰਾ ਮਹੀਨਾ, ਸਾਰਾ ਸਾਲ, ਸਾਰੀ ਉਮਰ ਗਰਜੇ ਕੇ ਸਵਾਸ ਸਵਾਸ ਨਾਲ ਵੀ ਪੜ੍ਹਨ ਲੱਗਾ ਹੋਇਆ ਹੈ, ਅੱਛੀ ਤਰ੍ਹਾਂ ਮਨ ਵਿੱਚ ਬਿਠਾ ਲਓ ਕਿ ਇੱਕ ਚੀਜ਼ ਤੇਰੇ ਲੇਖੇ ਵਿੱਚ ਲਿਖੀ ਜਾਣੀ ਹੈ, ਜਿਹੜੀ ਤੇਰੀ ਸੁਰਤ ਅੱਖਾਂ ਦੇ ਪਿੱਛੇ ਆ ਕੇ ਅੰਦਰ ਸ਼ਬਦ ਨੂੰ ਪਕੜਦੀ ਹੈ। ਅਗਰ ਸੁਰਤ ਸ਼ਬਦ ਨੂੰ ਨਹੀਂ ਪਕੜਦੀ, ਝਖਣਾ ਝਾਖ ਸੁਆਹ ਛਾਨਣ ਵਾਲੀ ਗੱਲ ਹੈ। ਪਾਣੀ ਅੰਦਰ ਮਧਾਣੀ ਪਾ ਕੇ ਬੈਠ ਜਾਓ, ਜਿਤਨਾ ਮਰਜ਼ੀ ਰਿੜਕਦੇ ਰਹੋ, ਕੁਛ ਨਹੀਂ ਨਿਕਲਦਾ। ਮੇਰੇ ਕਹਿਣ ਦਾ ਭਾਵ ਇਹ ਨਹੀਂ ਸਮਝਣਾ ਕਿ ਗ੍ਰੰਥਾਂ, ਪੋਥੀਆਂ, ਵੇਦ ਸ਼ਾਸਤਰ ਪੜ੍ਹਨੇ ਛੱਡ ਦੇਣੇ ਹਨ, ਪਰ ਸੋਚ ਕੇ ਪੜ੍ਹਨੇ ਹਨ, ਸਮਝ ਕੇ ਪੜ੍ਹਨੇ ਹਨ। ਅਸੀਂ ਰੋਜ਼ ਮਹਾਤਮਾ ਦੀ ਬਾਣੀ ਪੜ੍ਹਦੇ ਹਾਂ, ਲੇਕਿਨ ਪੜ੍ਹਨ ਦੇ ਬਾਅਦ ਸਾਡਾ ਫਰਜ਼ ਖਤਮ ਨਹੀਂ ਹੁੰਦਾ, ਸਾਡਾ ਫਰਜ਼ ਸ਼ੁਰੂ ਹੁੰਦਾ ਹੈ। ਜੋ ਮਹਾਤਮਾ ਨੇ ਲਿਖਿਆ ਹੈ, ਜੋ ਸਮਝਾਉਂਦੇ ਹਨ, ਉਹਨਾਂ ਰਸਤਿਆਂ 'ਤੇ ਜਾਣਾ ਹੈ। ਉਹ ਜੁਗਤੀਆਂ ਔਰ ਤਰੀਕੇ ਅਪਣਾਉਣੇ ਹਨ। ਉਹਨਾਂ ਕਮਜ਼ੋਰੀਆਂ ਨੂੰ ਛੱਡਣਾ ਹੈ। ਉਸ ਪੜ੍ਹਨ ਦਾ ਵੀ ਫਾਇਦਾ ਹੋਵੇਗਾ, ਪੜ੍ਹਾਉਣ ਦਾ ਵੀ ਫਾਇਦਾ ਹੋਵੇਗਾ। ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਸਾਡਾ ਅਸਲ ਮਕਸਦ ਸੱਚਾ ਸ਼ਬਦ, ਸੱਚਾ ਨਾਮ ਹੈ। ਜਦ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਸੋਭਤ ਕਰਦੇ ਹਾਂ, ਸਾਡੇ ਖਿਆਲ ਨੂੰ ਉਹ ਸ਼ਬਦ ਦੇ ਨਾਲ ਜੋੜ ਦਿੰਦੇ ਹਨ, ਉਹ ਨਾਮ ਨਾਲ ਜੋੜ ਦਿੰਦੇ ਹਨ। ਹਰ ਕਾ ਗਾਹਕ ਹੋਵੇ ਸੋ ਲੈ, ਪਾਏ ਰਤਨ ਵਿਚਾਰਾ। ਗੁਰੂ ਸਾਹਿਬ ਬੜਾ ਸੁੰਦਰ ਉਪਦੇਸ਼ ਕਰਦੇ ਹਨ ਕਿ ਨਾਮ ਦੀ ਕਮਾਈ ਵਿੱਚ ਕਾਮਯਾਬ ਉਸ ਵਕਤ ਹੋ ਸਕੋਗੇ ਜਦ ਤੁਸੀਂ ਮਾਲਕ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਕਰੋਗੇ। ਆਪ ਦੇ ਸਮਝਾਉਣ ਦਾ ਮਤਲਬ ਹੈ ਕਿ ਦੁਨੀਆ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਨਹੀਂ ਕਰਨੀ। ਪੁੱਤਰਾਂ ਧੀਆਂ ਦੇ ਸੁੱਖ, ਕੌਮਾਂ, ਮਜ਼ਹਬਾਂ, ਮੁਲਕਾਂ ਦੀ ਮਾਣ ਵਡਿਆਈ, ਮੁਕੱਦਮੇ ਜਿੱਤਣਾ, ਧਨ ਦੌਲਤ ਇਕੱਠੀ ਕਰਨ ਵਾਸਤੇ ਨਾਮ ਦੀ ਕਮਾਈ ਨਹੀਂ ਕਰਨੀ। ਨਾਮ ਦੀ ਕਮਾਈ ਸਿਰਫ ਮਾਲਕ ਨੂੰ ਮਿਲਣ ਵਾਸਤੇ ਕਰਨੀ ਹੈ। ਜਿਤਨਾ ਚਿਰ ਮਾਲਕ ਦੇ ਮਿਲਣ ਦਾ ਇਸ਼ਕ ਪਿਆਰ ਲੈ ਕੇ ਨਾਮ ਦੀ ਕਮਾਈ ਨਹੀਂ ਕਰਾਂਗੇ, ਅਸੀਂ ਨਾਮ ਦੀ ਕਮਾਈ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਲੋਕ ਇਸ ਤਰ੍ਹਾਂ ਮਾਲਕ ਦੀ ਭਗਤੀ ਕਰਦੇ ਹਨ ਜਿਸ ਤਰ੍ਹਾਂ ਗੁੱਗੇ ਦੀ ਪੂਜਾ ਕਰਦੇ ਹਾਂ, ਸੱਪ ਦੀ ਪੂਜਾ ਕਰਦੇ ਹਾਂ। ਸੱਪ ਦੀ ਪੂਜਾ ਕੋਈ ਇਸ ਵਾਸਤੇ ਨਹੀਂ ਕਰਦਾ ਕਿ ਸੱਪ ਨਾਲ ਪਿਆਰ ਹੈ। ਲੋਕ ਸੱਪ ਦੇ ਡੰਗ ਤੋਂ ਡਰਦੇ ਹੋਏ ਸੱਪ ਦੀ ਪੂਜਾ ਕਰਦੇ ਹਨ। ਕਦੇ ਵੀ ਇਹ ਖਿਆਲ ਲੈ ਕੇ ਮਾਲਕ ਦੀ ਭਗਤੀ ਨਹੀਂ ਕਰਨੀ ਚਾਹੀਦੀ ਕਿ ਅਗਰ ਭਗਤੀ ਨਹੀਂ ਕਰਾਂਗੇ, ਪੁੱਤਰਾਂ ਧੀਆਂ ਨਲਾਇਕ ਹੋ ਜਾਣਗੇ, ਕਾਰੋਬਾਰ ਵਿੱਚ ਘਾਟਾ ਪੈ ਜਾਵੇਗਾ, ਬਰਾਦਰੀ ਅੰਦਰ ਨਿਰਾਦਰੀ ਹੋ ਜਾਵੇਗੀ। ਇਹ ਮਾਲਕ ਦੀ ਭਗਤੀ ਕਰਨ ਦਾ ਕੋਈ ਤਰੀਕਾ ਨਹੀਂ ਹੈ। ਅਸੀਂ ਮਾਲਕ ਦੀ ਭਗਤੀ ਕਰਦੇ ਹਾਂ ਕਿ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਹੈ, ਸੱਚਾ ਪ੍ਰੇਮ ਹੈ, ਸੱਚਾ ਪਿਆਰ ਹੈ। ਮਾਲਕ ਦੇ ਮਿਲਣ ਵਾਸਤੇ ਮਾਲਕ ਦੀ ਭਗਤੀ ਕਰਨੀ ਹੈ, ਰਚਨਾ ਨੂੰ ਹਾਸਲ ਕਰਨ ਵਾਸਤੇ ਭਗਤੀ ਨਹੀਂ ਕਰਨੀ। ਸੰਤ ਨਾਮਦੇਵ ਜੀ ਕਹਿੰਦੇ ਹਨ,
ਜੇ ਰਾਜ ਦਏ ਤਾਂ ਕਵਨ ਬੜਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਕਿਹਾ ਪ੍ਰਮਾਤਮਾ, ਅਗਰ ਤੂੰ ਮੈਨੂੰ ਦੁਨੀਆ ਦਾ ਰਾਜ ਪਾਟ ਵੀ ਦੇ ਦੇਵੇਂਗਾ, ਮੈਂ ਤੇਰੀ ਹੀ ਮਹਿਮਾ ਕਰਨੀ ਹੈ, ਤੇਰੀ ਹੀ ਭਗਤੀ ਕਰਨੀ ਹੈ। ਅਗਰ ਮੈਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ, ਫਿਰ ਕਿਹੜਾ ਮੈਂ ਤੇਰਾ ਦਰ ਛੱਡ ਕੇ ਚਲੇ ਜਾਣਾ ਹੈ। ਮੈਂ ਤਾਂ ਫਿਰ ਵੀ ਤੇਰੀ ਹੀ ਭਗਤੀ ਕਰਨੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਦੇਂਦਾ ਦੇ ਲੈਂਦੇ ਥੱਕ ਪਾਏ। ਪਰਮਾਤਮਾ ਨੇ ਦਿੰਦੇ ਦਿੰਦੇ ਨਹੀਂ ਥੱਕਣਾ, ਤੁਸੀਂ ਲੈਂਦੇ ਲੈਂਦੇ ਥੱਕ ਜਾਓਗੇ। ਜੋ ਜੋ ਖਾਹਿਸ਼ਾਂ ਤ੍ਰਿਸ਼ਨਾ ਲੈ ਕੇ ਮਾਲਕ ਦੀ ਭਗਤੀ ਕਰੋਗੇ, ਅਰਦਾਸਾਂ ਕਰੋਗੇ, ਮਾਲਕ ਨੇ ਉਹਨਾਂ ਖਾਹਿਸ਼ਾਂ ਤ੍ਰਿਸ਼ਨਾ ਨੂੰ ਪੂਰਾ ਕਰਨ ਵਾਸਤੇ ਤੁਹਾਨੂੰ ਜਨਮ ਦੇ ਦੇਣਾ ਹੈ। ਔਰ ਉਸ ਜਗ੍ਹਾ ਜਨਮ ਦੇਵੇਗਾ ਜਿੱਥੇ ਅੱਛੀ ਤਰ੍ਹਾਂ ਉਹ ਖਾਹਿਸ਼ਾਂ ਔਰ ਤ੍ਰਿਸ਼ਨਾ ਪੂਰੀਆਂ ਕਰ ਸਕੋਗੇ। ਜਦੋਂ ਉੱਥੋਂ ਤੰਗ ਆ ਕੇ ਮਾਲਕ ਕੋਲੋਂ ਮਾਲਕ ਮੰਗਣਾ ਸ਼ੁਰੂ ਕਰ ਦਿੰਦੇ ਹਾਂ, ਉਹ ਮਾਲਕ ਵੀ ਦਇਆ ਮਿਹਰ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਅਗਰ ਤੁਸੀਂ ਨਾਮ ਦੀ ਕਮਾਈ ਕਰਕੇ ਅੰਦਰ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਇੱਕੋ ਤਰੀਕਾ ਹੈ ਕਿ ਮਾਲਕ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਕਰੋ। ਦੁਨੀਆ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਨਹੀਂ ਕਰਨੀ। ਅੰਦਰ ਖੋਲੇ ਦਿਵ ਦ੍ਰਿਸ਼ਟੀ, ਦੇਖੈ ਮੁਕਤ ਭੰਡਾਰਾ। ਹੁਣ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਦੋਂ ਅਸੀਂ ਮਾਲਕ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਕਰਾਂਗੇ, ਸਾਡੀਆਂ ਅੰਦਰ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਜੋ ਉਸ ਨੂਰ ਔਰ ਪ੍ਰਕਾਸ਼ ਨੂੰ ਦੇਖਦੀਆਂ ਹਨ। ਅੰਦਰ ਦੇ ਕੰਨ ਖੁੱਲ੍ਹ ਜਾਂਦੇ ਹਨ ਜਿਹੜੇ ਸ਼ਬਦ ਦੀ ਆਵਾਜ਼ ਨੂੰ ਪਕੜਦੇ ਹਨ। ਫਿਰ ਇਹ ਸ਼ਕਤੀ ਦਿਨ ਰਾਤ ਸਾਡੇ ਪਿੱਛੇ ਪਿੱਛੇ ਦੌੜੀ ਫਿਰਦੀ ਹੈ। ਆਤਮਾ ਦੀ ਦੇਖਣ ਦੀ ਸ਼ਕਤੀ ਨੂੰ ਗੁਰੂ ਸਾਹਿਬ ਨਿਰਤ ਕਹਿੰਦੇ ਹਨ, ਸੁਣਨ ਦੀ ਸ਼ਕਤੀ ਨੂੰ ਸੁਰਤ ਕਹਿੰਦੇ ਹਨ। ਸਾਡੀ ਸੁਰਤ ਅੰਦਰੋਂ ਸ਼ਬਦ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦੀ ਹੈ। ਸਾਡੀ ਨਿਰਤ ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦੀ ਹੈ। ਅਸੀਂ ਉਸ ਆਵਾਜ਼ ਨੂੰ ਸੁਣ ਕੇ ਅੰਦਰੋਂ ਆਪਣੇ ਘਰ ਦਾ ਰੁੱਖ ਕਾਇਮ ਕਰ ਲੈਂਦੇ ਹਾਂ। ਇਸ ਪ੍ਰਕਾਸ਼ ਨੂੰ ਦੇਖ ਕੇ ਅੰਦਰੋਂ ਆਪਣੇ ਘਰ ਦਾ ਰੂਹਾਨੀ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੰਦੇ ਹਾਂ ਔਰ ਮੰਜ਼ਿਲ ਦਰ ਮੰਜ਼ਿਲ ਵਾਪਸ ਆਪਣੇ ਘਰ ਦੀ ਤਰਫ ਆਉਣਾ ਸ਼ੁਰੂ ਕਰ ਦਿੰਦੇ ਹਾਂ। ਮਿਸਾਲ ਦੇ ਤੌਰ 'ਤੇ ਅਗਰ ਤੁਸੀਂ ਸ਼ਾਮ ਨੂੰ ਦਰਿਆ ਦੇ ਕੰਢੇ ਸੈਰ ਕਰਦੇ ਕਰਦੇ ਬੜੀ ਦੂਰ ਨਿਕਲ ਜਾਵੋ, ਰਾਤ ਪੈ ਜਾਵੇ, ਅੰਧੇਰਾ ਹੋ ਜਾਵੇ, ਤੁਹਾਨੂੰ ਪਤਾ ਨਾ ਲੱਗੇ ਕਿ ਆਪਣਾ ਡੇਰਾ ਕਿਹੜੀ ਤਰਫ ਛੱਡ ਆਏ ਹੋ, ਤਾਂ ਤੁਸੀਂ ਅੰਧੇਰੇ ਅੰਦਰ ਖੜ੍ਹੇ ਹੋ ਕੇ ਗੌਰ ਨਾਲ ਸੁਣੋਗੇ। ਕੋਈ ਨਾ ਕੋਈ ਆਵਾਜ਼ ਡੇਰੇ ਦੀ ਤਰਫੋਂ ਆਉਂਦੀ ਹੋਵੇ, ਘੁੱਗੂ ਦੀ, ਘੰਟੀ ਦੀ ਜਾਂ ਕਿਸੇ ਬੀਬੀ ਦੇ ਸ਼ਬਦ ਪੜ੍ਹਨ ਦੀ ਆਵਾਜ਼ ਆਉਂਦੀ ਹੋਵੇ। ਉਸ ਆਵਾਜ਼ ਨੂੰ ਪਕੜ ਕੇ ਤੁਸੀਂ ਇੱਕਦਮ ਡੇਰੇ ਦਾ ਰੁੱਖ ਕਾਇਮ ਕਰ ਲਵੋਗੇ ਕਿ ਡੇਰਾ ਅਗਲੀ ਤਰਫ ਹੈ ਜਾਂ ਪਿਛਲੀ ਤਰਫ, ਦਾਈਂ ਤਰਫ ਹੈ ਜਾਂ ਬਾਈਂ ਤਰਫ। ਜਿਸ ਵਕਤ ਤੁਹਾਨੂੰ ਡੇਰੇ ਦੇ ਰੁੱਖ ਦਾ ਪਤਾ ਲੱਗ ਜਾਵੇਗਾ, ਕਿਉਂਕਿ ਰਸਤੇ ਵਿੱਚ ਅੰਧੇਰਾ ਹੈ, ਉੱਚੀ ਨੀਚੀ ਜ਼ਮੀਨ ਹੈ, ਅਗਰ ਹੱਥ ਵਿੱਚ ਕੋਈ ਟਾਰਚ ਜਾਂ ਦੀਆ ਸਲਾਈ ਹੋਵੇ, ਉਸ ਨਾਲ ਰਸਤਾ ਦੇਖ ਸਕਦੇ ਹਾਂ। ਅਸੀਂ ਉਸ ਦੇ ਨਾਲ ਰਸਤਾ ਦੇਖਦੇ ਦੇਖਦੇ ਘਰ ਵਾਪਸ ਆ ਜਾਂਦੇ ਹਾਂ। ਕਿਹੜੀ ਚੀਜ਼ ਸਾਨੂੰ ਭੁੱਲਿਆ ਹੋਇਆਂ ਨੂੰ ਵਾਪਸ ਘਰ ਲਿਆਈ? ਉਹ ਆਵਾਜ਼ ਲਿਆਈ, ਉਹ ਪ੍ਰਕਾਸ਼ ਲਿਆਇਆ। ਇਸੇ ਤਰ੍ਹਾਂ ਜਿਹੜੇ ਅਸੀਂ ਪਰਮਾਤਮਾ ਦੇ ਘਰ ਤੋਂ ਭੁੱਲੇ ਹੋਏ ਹਾਂ, ਪਰਮਾਤਮਾ ਨੇ ਸਾਡੇ ਹਰ ਇੱਕ ਦੇ ਅੰਦਰ ਆਵਾਜ਼ ਵੀ ਰੱਖੀ ਹੋਈ ਹੈ, ਪ੍ਰਕਾਸ਼ ਵੀ ਰੱਖਿਆ ਹੋਇਆ ਹੈ। ਅਸੀਂ ਉਸ ਸ਼ਬਦ ਦੀ ਆਵਾਜ਼ ਨੂੰ ਪਕੜ ਕੇ ਅੰਦਰੋਂ ਘਰ ਦਾ ਰੁੱਖ ਕਾਇਮ ਕਰਨਾ ਹੈ। ਉਸ ਸ਼ਬਦ ਦੇ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਆਪਣੇ ਘਰ ਦਾ ਰਸਤਾ ਦੇਖਣਾ ਹੈ ਔਰ ਫਿਰ ਭੁੱਲਿਆ ਹੋਇਆ ਨੇ ਆਪਣੇ ਘਰ ਵਾਪਸ ਆ ਜਾਣਾ ਹੈ। ਇਸ ਵਾਸਤੇ ਹਰ ਇੱਕ ਮਹਾਤਮਾ ਆਪਣੀ ਬਾਣੀ ਅੰਦਰ ਉਸ ਆਵਾਜ਼ ਦਾ ਜ਼ਿਕਰ ਕਰਦਾ ਹੈ, ਉਸ ਪ੍ਰਕਾਸ਼ ਦਾ ਜ਼ਿਕਰ ਕਰਦਾ ਹੈ। ਅੰਦਰ ਮਹਿਲ ਅਨੇਕ ਹੈ ਜੀਉ ਕਰੇ ਵਸੇਰਾ, ਮਨ ਚਿੰਦਿਆ ਫਲ ਪਾਇਸੀ ਫਿਰ ਹੋਏ ਨਾ ਫੇਰਾ। ਹੁਣ ਸਮਝਾਉਂਦੇ ਹਨ ਕਿ ਇਹ ਜਿਹੜਾ ਸਾਡਾ ਸਰੀਰ ਹੈ ਸਿਰਫ ਹੱਡ ਚਮ ਮਾਸ ਦਾ 5-6 ਫੁੱਟ ਦਾ ਮਿੱਟੀ ਦਾ ਪੁਤਲਾ ਹੀ ਨਹੀਂ। ਇਸ ਦੇ ਅੰਦਰ ਬੇਸ਼ੁਮਾਰ ਵਸਤੂਆਂ, ਬੇਸ਼ੁਮਾਰ ਭੰਡਾਰ ਪਰਮਾਤਮਾ ਨੇ ਰੱਖੇ ਹੋਏ ਹਨ। ਇੱਥੋਂ ਤੱਕ ਕਿ ਖੁਦ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ। ਆਪ ਫਰਮਾਉਂਦੇ ਹਨ, ਕਈ ਮੰਜ਼ਲਾਂ ਹਨ, ਕਈ ਪੜਾਅ ਹਨ ਜਿਨ੍ਹਾਂ ਵਿੱਚ ਗੁਜ਼ਰ ਕੇ ਵਾਪਸ ਸਾਨੂੰ ਆਪਣੇ ਘਰ ਪਹੁੰਚਣਾ ਪੈਂਦਾ ਹੈ। ਜਦੋਂ ਮਾਲਕ ਦੇ ਗਾਹਕ ਬਣ ਕੇ ਮਾਲਕ ਦੀ ਭਗਤੀ ਕਰਦੇ ਹਾਂ, ਫਿਰ ਹੋਏ ਨਾ ਫੇਰਾ। ਫਿਰ ਸਾਨੂੰ ਵਾਪਸ ਇਸ 84 ਦੇ ਜੇਲ੍ਹ ਖਾਨੇ ਵਿੱਚ ਨਹੀਂ ਆਉਣਾ ਪੈਂਦਾ, ਬਾਰ-ਬਾਰ ਦੇਹ ਦਿਆਂ ਬੰਧਨਾਂ ਵਿੱਚ ਨਹੀਂ ਜਾਣਾ ਪੈਂਦਾ। ਹੁਣ ਸਾਡੀ ਕੀ ਹਾਲਤ ਹੈ? ਹਰ ਮੌਤ ਤੋਂ ਬਾਅਦ ਸਾਨੂੰ ਧਰਮਰਾਜ ਕੋਲ ਪੇਸ਼ ਕੀਤਾ ਜਾਂਦਾ ਹੈ। ਉਹ ਸਾਡੀਆਂ ਖੁਆਇਸ਼ਾਂ ਤ੍ਰਿਸ਼ਨਾ ਦੇ ਬਮੂਜਬ ਜਿੱਥੇ ਮੁਨਾਸਿਬ ਸਮਝਦਾ ਹੈ ਉੱਥੇ ਜਾ ਕੇ ਸਾਨੂੰ ਜਨਮ ਲੈਣਾ ਪੈਂਦਾ ਹੈ।
ਇਹ ਦੇਹ ਦੀਆਂ ਬੰਧਨਾਂ ਤੋਂ ਕਿਸੇ ਦਾ ਛੁਟਕਾਰਾ ਨਹੀਂ ਹੁੰਦਾ। ਉਸ ਵਿੱਚ ਪਿੱਛੋਂ ਵੜਦੇ ਹਾਂ, ਮੌਤ ਅੱਖਾਂ ਅੱਗੇ ਆ ਕੇ ਖੜੀ ਹੋ ਜਾਂਦੀ ਹੈ। 10 ਨੰਬਰੀਆਂ ਵਾਂਗ ਹੱਥਕੜੀ ਲੱਗੀ ਹੀ ਰਹਿੰਦੀ ਹੈ। ਕਿਹੜੀ ਚੀਜ਼ ਸਾਨੂੰ ਬਾਰ-ਬਾਰ ਦੇਹ ਦੀਆਂ ਬੰਧਨਾਂ ਵਿੱਚ ਲਿਆ ਰਹੀ ਹੈ? ਸਾਡੇ ਕਰਮ ਲਿਆ ਰਹੇ ਹਨ, ਸਾਡੀਆਂ ਖਾਹਿਸ਼ਾਂ ਤ੍ਰਿਸ਼ਨਾ ਲਿਆ ਰਹੀਆਂ ਹਨ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ, ਨਾਮ ਦੀ ਕਮਾਈ ਕਰਨ ਨਾਲ ਸਭ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਸਾਡੇ ਅੰਦਰੋਂ ਸਭ ਤ੍ਰਿਸ਼ਨਾ, ਸਭ ਖੁਆਇਸ਼ਾਂ ਨਿਕਲ ਜਾਂਦੀਆਂ ਹਨ। ਅਸੀਂ ਮਾਲਕ ਦੇ ਗਾਹਕ ਬਣ ਜਾਂਦੇ ਹਾਂ। ਸਾਡੇ ਅੰਦਰ ਮਾਲਕ ਦੇ ਮਿਲਣ ਦਾ ਅਸਲੀ ਸ਼ੌਕ ਔਰ ਪਿਆਰ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਸਾਡਾ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਜਾਂਦਾ ਹੈ। ਪਾਰਖੀਆਂ ਵੱਤ ਸੰਭਾਲ ਲਈ ਗੁਰ ਸੋਝੀ ਹੋਈ। ਹੁਣ ਗੁਰੂ ਸਾਹਿਬ ਇੱਕ ਹੋਰ ਸੁੰਦਰ ਨਸੀਹਤ ਕਰਦੇ ਹਨ ਕਿ ਜਦੋਂ ਤੁਸੀਂ ਮਾਲਕ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਕਰੋਗੇ, ਜੋ ਵੀ ਪਰਮਾਤਮਾ ਤੁਹਾਡੇ ਉੱਤੇ ਦਇਆ ਮਿਹਰ ਬਖਸ਼ਿਸ਼ ਕਰੇਗਾ, ਉਸ ਬਖਸ਼ਿਸ਼ ਨੂੰ ਆਪਣੇ ਅੰਦਰ ਹਜਮ ਕਰਕੇ ਰੱਖਣਾ ਹੈ। ਕੌਡੀਆਂ ਵਾਂਗ ਬਾਜ਼ਾਰਾਂ ਵਿੱਚ ਨਹੀਂ ਖੜਕਾਉਂਦੇ ਫਿਰਨਾ, ਇਸ਼ਤਿਹਾਰ ਨਹੀਂ ਦੇਣੇ, ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਨਹੀਂ ਪੈਣਾ, ਕਰਾਮਾਤਾਂ ਦੇ ਚੱਕਰ ਵਿੱਚ ਨਹੀਂ ਪੈਣਾ। ਅਗਰ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਚੱਕਰ ਵਿੱਚ ਪੈ ਜਾਂਦੇ ਹਾਂ, ਉਹ ਮਾਲਕ ਦਇਆ ਮਿਹਰ ਬਖਸ਼ਿਸ਼ ਕਰਨੀ ਬੰਦ ਕਰ ਦਿੰਦਾ ਹੈ। ਫਿਰ ਅਫਸੋਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਹਨ, ਜਿਨ੍ਹਾਂ ਨੂੰ ਇਸ ਚੀਜ਼ ਦੀ ਪਰਖ ਹੈ, ਕਦਰ ਹੈ, ਉਹ ਇਸ ਦੌਲਤ ਨੂੰ ਸੰਭਾਲ ਕੇ ਰੱਖਦੇ ਹਨ। ਲੇਕਿਨ ਅਸੀਂ ਪਰਖ ਦੇ ਕਾਬਲ ਕਦੋਂ ਬਣਦੇ ਹਾਂ? ਆਪ ਫਰਮਾਉਂਦੇ ਹਨ, ਗੁਰ ਸੋਝੀ ਹੋਈ। ਜਦ ਗੁਰਮੁਖਾਂ ਦੀ ਸੰਗਤ ਵਿੱਚ ਬਹਿੰਦੇ ਹਾਂ, ਗੁਰਮੁਖਾਂ ਦੀ ਸੋਭਤ ਕਰਦੇ ਹਾਂ। ਹਜ਼ੂਰ ਮਹਾਰਾਜ ਬਾਬਾ ਸਾਵਣ ਸਿੰਘ ਜੀ ਕਿਹਾ ਕਰਦੇ ਸਨ ਕਿ ਭਜਨ ਕਰਨ ਵਾਲਿਆਂ ਵਾਸਤੇ ਵੀ ਸਤਸੰਗ ਇੱਕ ਬੜੀ ਜ਼ਬਰਦਸਤ ਵਾੜ ਹੈ। ਅਗਰ ਖੇਤੀ ਅੱਛੀ ਹੋਵੇਗੀ, ਜਾਨਵਰ ਖਰਾਬ ਕਰ ਜਾਣਗੇ, ਲੋਕ ਲੁੱਟ ਕੇ ਲੈ ਜਾਣਗੇ। ਇਸੇ ਤਰ੍ਹਾਂ ਲੋਕ ਮੱਖੀਆਂ ਵਾਂਗ ਭਜਨ ਕਰਨ ਵਾਲਿਆਂ ਦੇ ਮਗਰ ਲੱਗ ਜਾਂਦੇ ਹਨ, ਮਾਣ ਵਡਿਆਈ ਦੇ ਕੇ ਸਭ ਕੁਝ ਖੋਹ ਕੇ ਲੈ ਜਾਂਦੇ ਹਨ। ਅਗਰ ਗੁਰਮੁਖਾਂ ਦੀ ਸੰਗਤ ਸਤਸੰਗ ਵਿੱਚ ਰਹਿੰਦੇ ਹਾਂ ਤਾਂ ਅਸੀਂ ਇਹਨਾਂ ਖਤਰਿਆਂ ਤੋਂ ਬਚੇ ਰਹਿੰਦੇ ਹਾਂ। ਗੁਰੂ ਸਾਹਿਬ ਸਾਨੂੰ ਖਬਰਦਾਰ ਕਰਦੇ ਹਨ ਕਿ ਮਾਲਕ ਦੇ ਨਾਮ ਦੀ ਕਮਾਈ ਸਿਰਫ ਮਾਲਕ ਨੂੰ ਮਿਲਣ ਵਾਸਤੇ ਕਰਨੀ ਹੈ। ਮਾਣ ਵਡਿਆਈ ਵਿੱਚ ਆ ਕੇ ਮਾਲਕ ਦੇ ਸ਼ਰੀਕ ਬਣਨ ਦੀ ਕੋਸ਼ਿਸ਼ ਨਹੀਂ ਕਰਨੀ। ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਚੱਕਰ ਵਿੱਚ ਨਹੀਂ ਪੈਣਾ। ਹਜ਼ੂਰ ਮਹਾਰਾਜ ਜੀ ਫਰਮਾਇਆ ਕਰਦੇ ਸਨ ਕਿ ਅਗਰ ਜੌਹਰੀ ਨੂੰ ਹੀਰਾ ਮਿਲ ਜਾਏ ਤਾਂ ਉਹਨੂੰ ਉਹਦੀ ਕਦਰ ਹੁੰਦੀ ਹੈ। ਦੇਖ ਲਓ ਉਹਨੂੰ ਕਿਤਨਾ ਸੰਭਾਲ ਕੇ ਰੱਖਦਾ ਹੈ, ਸੇਫ ਅੰਦਰ ਰੱਖ ਕੇ ਚਾਬੀ ਸਾਰਾ ਦਿਨ ਛਾਤੀ ਨਾਲ ਲਾਈ ਰੱਖਦਾ ਹੈ। ਬੀਵੀ ਔਰ ਬਾਲ ਬੱਚਿਆਂ ਤੱਕ ਨੂੰ ਨਹੀਂ ਦੱਸਦਾ ਕਿ ਮੈਂ ਇਹ ਕਿੱਥੇ ਰੱਖੀ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੀ ਇਤਨੀ ਉੱਚੀ ਸੁੱਚੀ ਦੌਲਤ ਪਰਮਾਤਮਾ ਨੇ ਸਾਨੂੰ ਮਿਹਨਤ ਕਰਨ ਨਾਲ ਬਖਸ਼ੀ ਹੈ, ਉਹਦੀ ਕਦਰ ਔਰ ਸੰਭਾਲ ਵੀ ਉਤਨੀ ਹੀ ਜ਼ਿਆਦਾ ਕਰਨੀ ਹੈ। ਐਵੇਂ ਅਖਬਾਰਾਂ ਅੰਦਰ ਇਸ਼ਤਿਹਾਰ ਨਹੀਂ ਦਿੰਦੇ ਫਿਰਨਾ। ਇੱਥੇ ਇਹੋ ਸਵਾਮੀ ਜੀ ਮਹਾਰਾਜ ਕਹਿੰਦੇ ਸਨ, ਪ੍ਰੀਤ ਪ੍ਰਤੀਤ ਗੁਰੂ ਕੀ ਕਰਨਾ, ਨਾਮ ਰਸਾਇਣ ਘਟ ਮੇ ਜਰਨਾ। ਜਿਸ ਤਰ੍ਹਾਂ ਰਸਾਇਣ ਹੱਡਾਂ ਵਿੱਚ ਰਚ ਜਾਂਦੀ ਹੈ, ਇਸੇ ਤਰ੍ਹਾਂ ਜਿਹੜੀ ਮਾਲਕ ਦੀ ਬਖਸ਼ਿਸ਼, ਮਾਲਕ ਦਾ ਪਿਆਰ, ਦਇਆ ਮਿਹਰ ਹੈ, ਉਹ ਵੀ ਸਾਡੇ ਹੱਡਾਂ ਵਿੱਚ ਰਸਾਇਣ ਵਾਂਗ ਰਚ ਜਾਣੀ ਚਾਹੀਦੀ ਹੈ। ਨਾਮ ਪਦਾਰਥ ਅਮਲ ਸਾ ਗੁਰਮੁਖ ਪਾਵੇ ਕੋਈ। ਹੁਣ ਫਰਮਾਉਂਦੇ ਹਨ ਕਿ ਉਸ ਦੌਲਤ ਨੂੰ ਕਿਉਂ ਸੰਭਾਲਣਾ ਹੈ? ਕਿਉਂਕਿ ਉਹ ਮੁੱਲ ਹੈ। ਦੁਨੀਆ ਦੀ ਕੋਈ ਧਨ ਦੌਲਤ, ਦੁਨੀਆ ਦਾ ਕੋਈ ਖਜ਼ਾਨਾ ਕਦੇ ਨਾਮ ਦੀ ਕੀਮਤ ਹੀ ਅਦਾ ਨਹੀਂ ਕਰ ਸਕਦਾ। ਉਹ ਕਿਹਨਾਂ ਦੀ ਜਾਇਦਾਦ ਹੈ? ਕਹਿੰਦੇ ਹਨ ਗੁਰਮੁਖਾਂ ਦੀ ਜਾਇਦਾਦ ਹੈ, ਮਾਲਕ ਤੇ ਭਗਤਾਂ ਔਰ ਪਿਆਰਿਆਂ ਦੀ ਜਾਇਦਾਦ ਹੈ। ਬਾਹਰ ਭਾਲੇ ਸੋ ਕਿਆ ਲਹੇ, ਵੱਥ ਘਰੇ ਅੰਦਰ ਪਾਈ, ਭਰਮੇ ਭੂਲਾ ਸਭ ਜਗ ਫਿਰੇ, ਮਨਮੁਖ ਪਤੀ ਗਵਾਈ। ਆਪ ਫਰਮਾਉਂਦੇ ਹਨ, ਬਾਹਰ ਭਾਲੇ ਸੋ ਕਿਆ ਲਹੇ, ਵੱਥ ਘਰ ਅੰਦਰ ਪਾਈ। ਕਿ ਭਰਾਵਾ ਕੀ ਜੰਗਲਾਂ ਪਹਾੜਾਂ ਵਿੱਚ ਢੂੰਡਦਾ ਫਿਰਦਾ ਹੈ? ਕਿਹੜੀ ਚੀਜ਼ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗ੍ਰੰਥਾਂ, ਪੋਥੀਆਂ ਵਿੱਚੋਂ ਮਿਲਣੀ ਹੈ? ਬਥੇਰੇ ਲੋਕਾਂ ਨੇ ਹਿਮਾਲਿਆ ਦੀ ਚੋਟੀ ਨੂੰ ਛਾਣ ਮਾਰਿਆ। ਜੋ ਕੁਝ ਮਿਲਣਾ ਹੈ ਸਰੀਰ ਦੇ ਅੰਦਰੋਂ ਮਿਲਣਾ ਹੈ, ਦੇਹ ਔਰ ਵਜੂਦ ਦੇ ਅੰਦਰੋਂ ਮਿਲਣਾ ਹੈ। ਆਪ ਫਰਮਾਉਂਦੇ ਹਨ ਕਿ ਅਸੀਂ ਮਨਮੁਖ ਹਾਂ, ਮੁਗਧ ਹਾਂ, ਗਵਾਰ ਹਾਂ, ਬਾਹਰਮੁਖੀ ਹੋਏ ਬੈਠੇ ਹਾਂ, ਕਰਮ ਕਾਂਡ ਵਿੱਚ ਉਲਝੇ ਬੈਠੇ ਹਾਂ। ਕਦੇ ਗ੍ਰੰਥਾਂ ਪੋਥੀਆਂ ਨੂੰ ਪੜ੍ਹਨ ਵਿੱਚ ਮੁਕਤੀ ਸਮਝ ਬੈਠਦੇ ਹਾਂ, ਕਦੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਨੂੰ ਮੁਕਤੀ ਸਮਝ ਬੈਠੇ ਹਾਂ। ਦਿਨ ਰਾਤ ਬਾਹਰ ਹੀ ਬਾਹਰ ਭਟਕਦੇ ਫਿਰਦੇ ਹਾਂ। ਸਰੀਰ ਔਰ ਦੇਹ ਅੰਦਰ ਵੜ ਕੇ ਕਦੇ ਵੀ ਪਰਮਾਤਮਾ ਦੀ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਕਾਇਆ ਅੰਦਰ ਅੰਮ੍ਰਿਤ ਸਰ ਸਾਚਾ,
ਕਿ ਭਰਾਵਾ ਉਹ ਜਿਹੜਾ ਸੱਚਾ ਅੰਮ੍ਰਿਤ ਦਾ ਸਰੋਵਰ ਹੈ, ਜਿੱਥੇ ਕਾਂ ਜਾਂਦਾ ਹੈ ਨਹਾ ਕੇ ਹੰਸ ਬਣ ਕੇ ਆਉਂਦਾ ਹੈ, ਭਾਵ ਅਸੀਂ ਮਨਮੁਖ ਲੋਕ ਜਾਂਦੇ ਹਾਂ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰਮੁਖ ਬਣ ਕੇ ਨਿਕਲ ਆਉਂਦੇ ਹਾਂ। ਉਹ ਅੰਮ੍ਰਿਤ ਦਾ ਭਰਿਆ ਹੋਇਆ ਸਰੋਵਰ ਕਾਇਆ ਅੰਦਰ, ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਅਗਰ ਬਾਹਰ ਦੇ ਸਰੋਵਰਾਂ ਨਾਲ ਆਤਮਾ ਨਿਰਮਲ ਹੋ ਸਕੇ ਤਾਂ ਇਸ ਤੋਂ ਸਸਤਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਆਪ ਫਰਮਾਉਂਦੇ ਹਨ, ਬਿਨ ਨਾਮੈ ਹੋਰ ਪੂਜ ਨਾ ਹੋਵੇ, ਭਰਮੈ ਭੂਲੀ ਲੁਕਾਈ, ਕਿ ਸ਼ਬਦ ਜਾਂ ਨਾਮ ਦੀ ਕਮਾਈ ਤੋਂ ਇਲਾਵਾ ਕੋਈ ਮਾਲਕ ਦੀ ਭਗਤੀ ਨਹੀਂ ਹੈ, ਕੋਈ ਮਾਲਕ ਦੀ ਪੂਜਾ ਨਹੀਂ ਹੈ। ਐਵੇਂ ਦੁਨੀਆ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਭੁੱਲੇ ਫਿਰਦੇ ਹਾਂ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਨਾਮ ਵਿਸਾਰੇ ਚੱਲ ਅਨ ਮਾਰਗ ਅੰਤ ਕਾਲ ਪਛਤਾਈ, ਕਿ ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਜਿਹੜੇ ਵੀ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਅਖੀਰ ਮੌਤ ਦੇ ਵੇਲੇ ਪਛਤਾਉਣਾ ਪਵੇਗਾ ਕਿ ਐਵੇਂ ਹੀ ਆਪਣੇ ਕੀਮਤੀ ਵਕਤ ਨੂੰ ਫਜ਼ੂਲ ਗੱਲਾਂ ਵਿੱਚ ਜਾਇਆ ਕਰ ਦਿੱਤਾ। ਕਿਉਂ ਪਛਤਾਉਣਾ ਪੈਂਦਾ ਹੈ? ਗੁਰੂ ਅਮਰਦਾਸ ਜੀ ਕਹਿੰਦੇ ਹਨ, ਬਿਨ ਨਾਮੈ ਦਰ ਢੋਈ ਨਾਹੀ, ਤਾਂ ਜੰਮ ਕਰੇ ਖੁਆਰੀ, ਕਿ ਸ਼ਬਦ ਔਰ ਨਾਮ ਦੀ ਕਮਾਈ ਤੋਂ ਇਲਾਵਾ ਕਦੇ ਵੀ ਮਾਲਕ ਦੇ ਘਰ ਪਹੁੰਚਣ ਦੀ ਇਜਾਜ਼ਤ ਨਹੀਂ ਮਿਲ ਸਕਦੀ। ਜਮਦੂਦਾਂ ਦੇ ਹੱਥੋਂ ਖਰਾਬ ਹੋਣਾ ਪੈਂਦਾ ਹੈ। ਫਿਰ ਨਾਮ ਦੀ ਕਮਾਈ ਹੀ ਕਰਮਾਂ ਦੀ ਮੈਲ ਜਲਾ ਕੇ ਮਾਲਕ ਨਾਲ ਮਿਲਾ ਸਕਦੀ ਹੈ। ਘਰ ਦਰ ਛੋੜੇ ਆਪਣਾ, ਪਰ ਘਰਨ ਝੂਠਾ ਜਾਈ, ਚੋਰੈ ਵਾਂਗੂ ਪਕੜੀਏ, ਬਿਨ ਨਾਮੈ ਝੋਟਾ ਖਾਈ। ਗੁਰੂ ਸਾਹਿਬ ਬੜੀ ਸੁੰਦਰ ਮਿਸਾਲ ਦਿੰਦੇ ਹਨ ਕਿ ਚੋਰ ਆਪਣਾ ਘਰ ਛੱਡਦਾ ਹੈ, ਦੂਜੇ ਘਰ ਵਿੱਚ ਜਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਦਾ, ਪਕੜਿਆ ਜਾਂਦਾ ਹੈ। ਪਹਿਲਾਂ ਘਰ ਵਾਲਿਆਂ ਦਾ ਜ਼ੋਰ ਪੈ ਜਾਵੇ, ਮੁਰੰਮਤ ਕਰ ਲੈਂਦੇ ਹਨ, ਪੁਲਿਸ ਮੁਰੰਮਤ ਕਰ ਲੈਂਦੀ ਹੈ, ਅਦਾਲਤ ਵਿੱਚ ਜਾ ਕੇ ਚਲਾਨ ਹੋ ਕੇ ਸਜ਼ਾ ਮਿਲਦੀ ਹੈ, ਜੇਲ੍ਹ ਵਿੱਚ ਜਾ ਕੇ ਚੱਕੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ। ਉਸ ਦਾ ਕਸੂਰ ਕੀ ਸੀ? ਆਪਣੇ ਘਰ ਟਿਕ ਕੇ ਨਹੀਂ ਬੈਠਾ, ਲੋਕਾਂ ਦੇ ਘਰ ਵਿੱਚ ਜਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਸਾਹਿਬ ਕਹਿੰਦੇ ਹਨ ਕਿ ਅਗਰ ਅਸੀਂ ਵੀ ਆਪਣੇ ਘਰ ਦੇ ਦਰਵਾਜ਼ੇ 'ਤੇ ਨਹੀਂ ਪਹੁੰਚਾਂਗੇ, ਸਾਨੂੰ ਵੀ ਨਾਮ ਰੂਪੀ ਦੌਲਤ ਨਹੀਂ ਮਿਲਣੀ, ਔਰ ਉਸ ਦੌਲਤ ਦੇ ਬਗੈਰ ਸਾਨੂੰ ਚੋਟਾਂ ਖਾਣੀਆਂ ਪੈਣਗੀਆਂ, 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪਵੇਗਾ, ਔਰ ਜਿੱਥੇ ਵੀ ਜਾ ਕੇ ਜਨਮ ਲੈਂਦੇ ਹਾਂ ਉਸੇ ਜਾਮੇ ਅੰਦਰ ਬੈਠ ਕੇ ਦੁੱਖ ਮੁਸੀਬਤਾਂ ਸਹਿਣੀਆਂ ਪੈਣਗੀਆਂ। ਆਪ ਪਿਆਰ ਨਾਲ ਸਮਝਾਉਂਦੇ ਹਨ ਕਿ ਅਗਰ 84 ਦੀਆਂ ਚੋਟਾਂ ਤੋਂ ਬਚਣਾ ਹੈ ਤਾਂ ਆਪਣੇ ਘਰ ਦੇ ਦਰਵਾਜ਼ੇ ਦੀ ਖੋਜ ਕਰਨੀ ਹੈ, ਆਪਣੇ ਅੰਦਰੋਂ ਨਾਮ ਰੂਪੀ ਦੌਲਤ ਨੂੰ ਹਾਸਲ ਕਰਨਾ ਹੈ। ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਭਾਈ, ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ। ਹੁਣ ਫਰਮਾਉਂਦੇ ਹਨ ਕਿ ਇਹਨਾਂ ਚੋਟਾਂ ਤੋਂ ਕੌਣ ਬਚਦੇ ਹਨ? ਜਿਹੜੇ ਆਪਣੇ ਘਰ ਵਾਪਸ ਪਹੁੰਚ ਜਾਂਦੇ ਹਨ ਔਰ ਹਮੇਸ਼ਾ ਵਾਸਤੇ ਸੁੱਖ ਸ਼ਾਂਤੀ ਹਾਸਲ ਕਰ ਲੈਂਦੇ ਹਨ। ਹੁਣ ਆਪਣਾ ਘਰ ਕਿਹੜਾ ਹੈ? ਆਪ ਫਰਮਾਉਂਦੇ ਹਨ, ਸੱਚਖੰਡ ਹੈ, ਜਿਸ ਜਗ੍ਹਾ ਪਰਮਾਤਮਾ ਰਹਿੰਦਾ ਹੈ। ਆਪ ਫਰਮਾਉਂਦੇ ਹਨ ਕਿ ਨਾਮ ਦੀ ਕਮਾਈ ਕਰਕੇ ਅਸੀਂ ਆਪਣੇ ਘਰ ਪਹੁੰਚ ਕੇ ਹਮੇਸ਼ਾ ਵਾਸਤੇ ਸੁਖੀ ਹੋ ਜਾਂਦੇ ਹਾਂ। ਸਾਨੂੰ ਅੰਦਰੋਂ ਮਾਲਕ ਨੂੰ ਪਛਾਣਨ ਦੀ ਜੋ ਪਦਵੀ ਪ੍ਰਾਪਤ ਹੋਈ ਹੈ, ਇਹ ਸਾਡੀ ਆਪਣੀ ਹਿੰਮਤ ਨਹੀਂ। ਫਰਮਾਉਂਦੇ ਹਨ, ਗੁਰੂ ਕੀ ਵਡਿਆਈ, ਕਿ ਸਭ ਕੁਝ ਹਾਸਲ ਕਰਕੇ ਆਪਣੇ ਸਤਿਗੁਰਾਂ ਨੂੰ ਮੁੱਖ ਰੱਖਦੇ ਹਨ। ਇਹ ਉਹਨਾਂ ਦੀ ਹੀ ਮਹਿਮਾ ਹੈ, ਉਹਨਾਂ ਦੀ ਹੀ ਬਖਸ਼ਿਸ਼ ਹੈ, ਜਿਨ੍ਹਾਂ ਨੇ ਸਾਡੇ ਖਿਆਲ ਨੂੰ ਇਹਨਾਂ ਵਹਿਮਾਂ ਭਰਮਾਂ ਕਰਮ ਕਾਂਡਾਂ ਵਿੱਚੋਂ ਕੱਢਿਆ, ਸਰੀਰ ਦੇ ਅੰਦਰੋਂ ਸਾਡੇ ਖਿਆਲ ਨੂੰ ਨਾਮ ਨਾਲ ਜੋੜਿਆ, ਸਾਡੇ ਅੰਦਰ ਨਾਮ ਦੀ ਕਮਾਈ ਕਰਨ ਦਾ ਸ਼ੌਂਕ ਪਿਆਰ ਪੈਦਾ ਕੀਤਾ, ਜਿਸ ਦੇ ਜ਼ਰੀਏ ਅਸੀਂ ਆਪਣੇ ਘਰ ਦੇ ਅੰਦਰੋਂ ਹੀ ਅਸਲੀ ਘਰ ਦੀ ਖੋਜ ਕਰਕੇ ਹਮੇਸ਼ਾ ਵਾਸਤੇ ਚੋਟਾਂ ਤੋਂ ਬਚ ਗਏ। ਆਪੇ ਦਾਨ ਕਰੇ ਕਿਸ ਆਖੀਐ, ਆਪੇ ਦੇ ਬੁਝਾਈ। ਸਭ ਕੁਝ ਬਿਆਨ ਕਰਕੇ ਆਪ ਮਾਲਕ ਦੀ ਤਰਫ ਆਉਂਦੇ ਹਨ। ਜੀਵ ਦੇ ਕੁਛ ਹੱਥ ਵਿੱਚ ਨਹੀਂ ਹੈ। ਉਹ ਪਰਮਾਤਮਾ ਜਿਨ੍ਹਾਂ ਨੂੰ ਦਾਨ ਕਰਨਾ ਚਾਹੁੰਦਾ ਹੈ, ਉਹਨਾਂ ਨੂੰ ਇਹ ਮਨੁੱਖਾ ਦੇਹ ਦੀ ਦਾਤ ਦੇ ਦਿੰਦਾ ਹੈ। ਜਿਨ੍ਹਾਂ ਨੂੰ ਇਹਨਾਂ ਵਹਿਮਾਂ ਭਰਮਾਂ ਸੰਕਲਪਾਂ ਕਰਮ ਕਾਂਡ ਵਿੱਚ ਕੱਢ ਕੇ ਵਾਪਸ ਆਪਣੇ ਘਰ ਪਹੁੰਚਾਉਣਾ ਚਾਹੁੰਦਾ ਹੈ, ਉਹਨਾਂ ਦੇ ਖਿਆਲ ਨੂੰ ਉਹ ਪਰਮਾਤਮਾ ਖੁਦ ਸ਼ਬਦ ਔਰ ਨਾਮ ਦੇ ਨਾਲ ਜੋੜ ਦਿੰਦਾ ਹੈ। ਅਸੀਂ ਦੁਨੀਆ ਦੇ ਜੀਵ ਅੰਧੇ ਹਾਂ, ਉਹ ਪਰਮਾਤਮਾ ਅੱਖਾਂ ਵਾਲਾ ਹੈ। ਅੰਧੇ ਦੀ ਕੀ ਤਾਕਤ ਹੈ ਕਿ ਅੱਖਾਂ ਵਾਲੇ ਨੂੰ ਪਕੜ ਸਕੇ, ਜਦ ਅੱਖਾਂ ਵਾਲਾ ਖੁਦ ਅੰਧੇ ਨੂੰ ਆਵਾਜ਼ ਦੇ ਕੇ ਆਪਣੇ ਪਾਸ ਨਹੀਂ ਬੁਲਾਉਂਦਾ ਜਾਂ ਉਂਗਲੀ ਪਕੜਾ ਕੇ ਅੰਧੇਰੇ 'ਚੋਂ ਬਾਹਰ ਨਹੀਂ ਕੱਢਦਾ। ਅਸੀਂ ਮਾਇਆ ਦੇ ਜਾਲ ਵਿੱਚ ਫਸ ਕੇ, ਵਹਿਮਾਂ ਭਰਮਾਂ ਵਿੱਚ ਫਸ ਕੇ ਬੁਰੀ ਤਰ੍ਹਾਂ ਉਲਝੇ ਬੈਠੇ ਹਾਂ। ਉਹ ਪਰਮਾਤਮਾ ਹੀ ਕਦੇ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰੇ ਤਾਂ ਕਦੇ ਸਾਡਾ ਖਿਆਲ ਸ਼ਬਦ ਜਾਂ ਨਾਮ ਦੀ ਕਮਾਈ ਤਰਫ ਮੁੜਦਾ ਹੈ।
ਗੁਰੂ ਅਮਰਦਾਸ ਜੀ ਕਹਿੰਦੇ ਹਨ, ਜੀਵਨ ਮਰਨਾ ਸਭ ਤੁਦੇ ਧਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਕਿ ਐ ਪਰਮਾਤਮਾ, ਹਰ ਇੱਕ ਦਾ ਜੰਮਣਾ ਮਰਨਾ ਤੇਰੇ ਆਪਣੇ ਹੱਥ ਵਿੱਚ ਹੈ। ਜਿਨ੍ਹਾਂ ਜਿਨ੍ਹਾਂ 'ਤੇ ਤੂੰ ਬਖਸ਼ਿਸ਼ ਕਰੇਂਗਾ ਉਹਨਾਂ ਨੂੰ ਤੇਰੇ ਨਾਲ ਮਿਲਣ ਦੀ ਵਡਿਆਈ ਮਿਲ ਸਕਦੀ ਹੈ। ਨਾਨਕ ਨਾਮ ਧਿਆਏ, ਤੂੰ ਦਰ ਸੱਚੇ ਸੋਭਾ ਪਾਈ। ਹੁਣ ਛੋਟੇ ਜਿਹੇ ਸ਼ਬਦ ਦੇ ਅੰਦਰ ਗੁਰੂ ਸਾਹਿਬ ਨੇ ਆਪਣੀ ਤਾਲੀਮ, ਆਪਣੇ ਉਪਦੇਸ਼ ਨੂੰ ਬੜੀ ਅੱਛੀ ਤਰ੍ਹਾਂ ਖੋਲ੍ਹ ਕੇ ਸਮਝਾਇਆ ਹੈ ਕਿ ਪਰਮਾਤਮਾ ਕਿਹੜੀ ਜਗ੍ਹਾ ਹੈ, ਕਿਸ ਤਰ੍ਹਾਂ ਸਾਡੇ ਰਸਤੇ ਅੰਦਰ ਮਨ ਦੀ ਔਰ ਹਉਮੈ ਦੀ ਰੁਕਾਵਟ ਹੈ, ਇਸ ਰੁਕਾਵਟ ਨੂੰ ਕਿਸ ਤਰ੍ਹਾਂ ਸ਼ਬਦ ਔਰ ਨਾਮ ਦੀ ਕਮਾਈ ਨਾਲ ਦੂਰ ਕਰਨਾ ਹੈ, ਨਾਮ ਕਿਸ ਜਗ੍ਹਾ ਹੈ, ਸਾਡਾ ਖਿਆਲ ਨਾਮ ਨਾਲ ਕਿਸ ਤਰ੍ਹਾਂ ਜੁੜਦਾ ਹੈ, ਕਿਉਂ ਇਹਨਾਂ ਵਹਿਮਾਂ ਭਰਮਾਂ ਸੰਕਲਪਾਂ ਵਿੱਚੋਂ ਖਿਆਲ ਕੱਢ ਕੇ ਗੁਰਮੁਖਾਂ ਦੀ ਸੰਗਤ ਔਰ ਸ਼ਰਨ ਹਾਸਲ ਕਰਕੇ ਸ਼ਬਦ ਔਰ ਨਾਮ ਦੀ ਕਮਾਈ ਕਰਨੀ ਹੈ, ਔਰ ਕਿਸ ਤਰ੍ਹਾਂ ਪਰਮਾਤਮਾ ਦਇਆ ਮਿਹਰ ਬਖਸ਼ਿਸ਼ ਕਰਦਾ ਹੈ। ਸਭ ਕੁਝ ਬਿਆਨ ਕਰਕੇ ਆਪ ਇੱਕੋ ਨਸੀਹਤ ਕਰਦੇ ਹਨ ਕਿ ਉੱਠਦੇ ਬੈਠਦੇ ਚਲਦੇ ਫਿਰਦੇ ਹਮੇਸ਼ਾ ਆਪਣੇ ਖਿਆਲ ਨੂੰ ਅੰਦਰੋਂ ਸ਼ਬਦ ਦੇ ਨਾਲ ਜੋੜਨਾ ਹੈ, ਨਾਮ ਦੇ ਨਾਲ ਜੋੜਨਾ ਹੈ। ਜਦੋਂ ਵੀ ਸੱਚੇ ਪਰਮਾਤਮਾ ਦੇ ਸੱਚੇ ਘਰ ਪਹੁੰਚ ਕੇ ਸੱਚੀ ਸ਼ੋਭਾ ਔਰ ਸੱਚੀ ਇੱਜ਼ਤ ਹਾਸਲ ਕਰ ਸਕਾਂਗੇ, ਗੁਰਮੁਖਾਂ ਦੇ ਜ਼ਰੀਏ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ ਹਾਸਲ ਕਰ ਸਕਾਂਗੇ। ਸਾਨੂੰ ਵੀ ਚਾਹੀਦਾ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ ਤੋਂ ਫਾਇਦਾ ਉਠਾ ਕੇ ਸੱਚੇ ਸ਼ਬਦ ਦੀ ਖੋਜ ਕਰੀਏ, ਸੱਚੇ ਨਾਮ ਦੀ ਖੋਜ ਕਰੀਏ। ਰਾਧਾ ਸੁਆਮੀ।